नमस्कार, आदाब, सत श्री अकाल। हमदर्द टीवी देखने वाले सारे दर्शकों का बहुत बहुत स्वागत है। प्रोग्राम पैसा ਤੇ ਲਾ ਵਿੱਚ ਮੈਂ ਹਾਂ ਤਰਨਜੀਤ ਕੌਰ ਘੁੰਮਣ। ਦੋਸਤੋ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਫਾਈਨੈਂਸ਼ੀਅਲ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ ਤੇ ਤੁਹਾਡਾ ਕੋਈ ਇਸ ਸੰਬੰਧੀ ਕੋਈ ਸਵਾਲ ਹੁੰਦਾ ਹੈ, ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਸਵਾਲਾਂ ਦੇ ਵੀ ਨਾਲ ਦੇ ਨਾਲ ਜਵਾਬ ਦਿੱਤੇ ਜਾਣ। ਸੋ ਆਰਥਿਕ ਤੌਰ ਦੇ ਉੱਤੇ ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਕਰੋਨਾ ਵਾਇਰਸ ਦੀ ਮਾਰ ਵੱਖ-ਵੱਖ ਮੁਲਕਾਂ ਦੇ ਉੱਤੇ ਪਈ ਹੈ। ਮੁਲਕ ਵੀ ਹੁਣ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਮਾਰ ਤੋਂ ਨਿਕਲ ਕੇ ਹੁਣ ਇੱਕ ਵਾਰ ਫਿਰ ਤੋਂ ਆਰਥਿਕ ਤੌਰ ਤੇ ਮਜ਼ਬੂਤ ਹੋਇਆ ਜਾਵੇ। ਅਜਿਹੇ ਵਿੱਚ ਇਕਨੋਮੀ ਵੀ ਓਪਨ ਹੋ ਰਹੀ ਹੈ ਤੇ ਇਸ ਵਕਤ ਕੈਨੇਡਾ ਦੀ ਗੱਲ ਕਰੀਏ, ਸਰਵ ਬੈਨੀਫਿਟਸ ਵੀ ਸਰਕਾਰ ਨੇ ਜੋ ਐਲਾਨੇ ਸੀ, ਕੱਲ ਨੂੰ ਉਹਨਾਂ ਦੀ ਆਖਰੀ ਤਾਰੀਖ ਹੈ 3 ਅਕਤੂਬਰ ਨੂੰ। ਸੋ ਅਜਿਹੇ ਵਿੱਚ ਜਿਨ੍ਹਾਂ ਦੀਆਂ ਅਜੇ ਤੱਕ ਨੌਕਰੀਆਂ ਲੱਗੀਆਂ ਨਹੀਂ, ਉਹ ਕੀ ਕਰਨਗੇ? ਜਿਹੜੇ ਸਰਕਾਰ ਨੇ ਅਗਲੇ ਬੈਨੀਫਿਟਸ ਐਲਾਨੇ ਨੇ, ਉਹ ਕਿੰਨਾਂ ਨੂੰ ਮਿਲ ਸਕਦੇ ਨੇ? ਸੋ ਅਜਿਹੇ ਹੋਰ ਵੀ ਬਹੁਤ ਸਾਰੇ ਮੁੱਦੇ ਅੱਜ ਅਸੀਂ ਗੱਲਬਾਤ ਕਰਾਂਗੇ, ਉਹਨਾਂ ਨੂੰ ਕਵਰ ਕਰਾਂਗੇ। ਇਹਨਾਂ ਮੁੱਦਿਆਂ ਸੰਬੰਧੀ ਤੁਹਾਡਾ ਕੋਈ ਸਵਾਲ ਹੈਗਾ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਇਹਨਾਂ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਫਾਈਨੈਂਸ਼ੀਅਲ ਐਡਵਾਈਜ਼ਰ ਮਿਸਟਰ ਅਰਵਿੰਦਰ ਕਲਸੀ। ਬਹੁਤ ਬਹੁਤ ਸਵਾਗਤ ਹੈ ਸਰ। थैंक यू तरनजीत जी और व्यूअर्स ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ ਜੀ। ਕੀ ਹਾਲ ਚਾਲ ਨੇ ਸਰ? बस गॉड ब्लेस जी, वी आर कीपिंग आवरसेल्फ सेफ और बहुत ਜ਼ਰੂਰੀ ਹੈ ਕਿ ਇਸ ਮਾਹੌਲ ਦੇ ਵਿੱਚ ਅਸੀਂ ਸਾਰੇ ਵਲਨਰੇਬਲ ਹਾਂ, ਯਾਨੀ ਕਿਸੇ ਨੂੰ ਵੀ ਕੁਝ ਹੋ ਸਕਦਾ ਹੈ। ਹੁਣ ਏਜ ਫੈਕਟਰ ਕੋਈ ਨਹੀਂ ਰਹਿ ਗਿਆ, ਹੁਣ ਯੰਗ ਨੂੰ ਵੀ ਹੋ ਸਕਦਾ ਹੈ ਤੇ ਥੋੜੇ 올ਡਰ ਲੋਕਾਂ ਨੂੰ ਵੀ ਹੋ ਸਕਦਾ ਹੈ। ਸੋ ਇਹਤਿਆਤਨ ਤੌਰ ਤੇ ਜਿੰਨਾ ਵੀ ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖ ਸਕੀਏ। ਟੀਵੀ ਪ੍ਰੋਗਰਾਮ ਹੈ, ਸੋ ਅਸੀਂ ਮਾਸਕ ਨਹੀਂ ਪਾ ਸਕਦੇ ਇਸ ਵੇਲੇ, ਪਰ ਫਿਰ ਵੀ ਸਾਡਾ ਡਿਸਟੈਂਸ ਹੈਗਾ ਹੈ। ਪਰ ਦੂਸਰੇ ਬੰਨੇ ਐਵਰੀਡੇ ਲਾਈਫ 'ਚ ਅਸੀਂ ਨਾ ਤੇ ਆਫਿਸ 'ਚ ਕਿਸੇ ਨੂੰ ਐਂਟਰਟੇਨ ਕਰਨੇ ਆ, ਸਾਰਾ ਕੰਮ ਫੋਨਾਂ ਤੇ ਹੁੰਦਾ ਹੈ ਜਾਂ ਵੀਡੀਓ ਕਾਲ ਤੇ ਹੁੰਦਾ ਹੈ। ਜੇ ਅਤ ਜ਼ਰੂਰੀ ਹੋਵੇ ਤੇ ਪੂਰੇ ਪ੍ਰੀਕਾਸ਼ਨ ਲਏ ਹੁੰਦੇ ਨੇ ਆਫਿਸ 'ਚ ਬਿਫੋਰ ਕਿਸੇ ਨੂੰ ਅਸੀਂ ਬੁਲਾਈਏ। ਹੈਂਡ ਸੈਨੀਟਾਈਜੇਸ਼ਨ, ਸਾਡੇ ਕੋਲ ਮਾਸਕ ਪਏ ਨੇ, ਜੇ ਤੁਹਾਡੇ ਕੋਲ ਨਹੀਂ ਹੈਗਾ, ਹੈਵ ਅ ਮਾਸਕ, ਸਿਟ ਡਾਊਨ ਐਂਡ ਵੀ ਹੈਵ ਅ ਚੈਟ। ਬਟ ਐਂਡ ਆਫ ਦ ਡੇ ਬੋਟਮ ਲਾਈਨ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਬਹੁਤ ਹੀ ਰਿਸਪੌਂਸਿਬਲੀ ਇਸ ਵੇਲੇ ਆਪਣੇ ਆਪ ਨੂੰ ਚਲਾਉਣਾ ਚਾਹੀਦਾ ਹੈ। ਔਰ ਜੇ ਅਸੀਂ ਸਾਰੇ ਰਿਸਪੌਂਸਿਬਿਲੀ ਕਰਾਂਗੇ ਤਾਂ ਸ਼ਾਇਦ ਇਸ ਚੀਜ਼ ਨੂੰ ਅਸੀਂ ਦਬਾ ਸਕੀਏ। ਜੀ ਸਰ, ਜਦੋਂ ਕਰੋਨਾ ਵਾਇਰਸ ਆਇਆ ਸੀ ਤਾਂ ਵੱਖ-ਵੱਖ ਮੁਲਕਾਂ ਨੇ, ਆਪਾਂ ਸਪੈਸ਼ਲੀ ਕੈਨੇਡਾ ਦੀ ਗੱਲ ਕਰੀਏ ਤਾਂ ਸਭ ਕੁਝ ਉਸ ਟਾਈਮ ਬੰਦ ਕਰ ਦਿੱਤਾ ਸੀ ਤਾਂ ਕਿ ਜ਼ਿਆਦਾ ਨਾ ਫੈਲ ਸਕੇ ਤੇ ਇਸ ਔਖੀ ਘੜੀ ਚੋਂ ਨਿਕਲਿਆ ਜਾ ਸਕੇ। ਪਰ ਜਿਵੇਂ ਸਥਿਤੀ ਦੇ ਉੱਤੇ ਕਾਬੂ ਪਾਇਆ ਗਿਆ, ਵੱਖ-ਵੱਖ ਅਦਾਰੇ ਵੀ ਨਾਲ ਦੀ ਨਾਲ ਖੋਲ੍ਹੇ ਗਏ ਤਾਂ ਕਿ ਲੋਕੀ ਵਾਪਸ ਆਪਣੇ ਕੰਮਾਂ ਕਾਰਾਂ ਤੇ ਪਰਤ ਸਕਣ। ਉਹਨਾਂ ਸਮਿਆਂ ਦੌਰਾਨ ਲੋਕ ਸਰਵਾਈਵ ਕਿੱਦਾਂ ਕਰਨ, ਇਹ ਸਭ ਤੋਂ ਵੱਡੀ ਸਰਕਾਰ ਲਈ ਚੁਣੌਤੀ ਸੀ। ਤਾਂ ਸਰਕਾਰ ਨੇ ਬੈਨੀਫਿਟਸ ਕੁਝ ਐਲਾਨੇ ਜਿਨ੍ਹਾਂ ਦਾ ਵੱਖ-ਵੱਖ ਕੈਟਾਗਰੀਜ਼ ਦੇ ਵਿੱਚ ਲੋਕਾਂ ਨੇ ਇਸਤੇਮਾਲ ਵੀ ਕੀਤਾ। ਹੁਣ ਅਸੀਂ ਦੇਖ ਰਹੇ ਹਾਂ ਕਿ ਵਾਪਸ ਇਕਨੋਮੀ ਖੁੱਲ ਰਹੀ ਹੈ, ਅਦਾਰੇ ਵੀ ਖੁੱਲ ਰਹੇ ਨੇ, ਲੋਕੀ ਕੰਮਾਂ ਕਾਰਾਂ ਤੇ ਜਾਣੇ ਵੀ ਸ਼ੁਰੂ ਹੋ ਚੁੱਕੇ ਨੇ, ਸਭ ਬੈਨੀਫਿਟਸ ਵੀ ਲਗਭਗ ਖਤਮ ਹੋਣ ਲੱਗੇ ਨੇ। ਪਰ ਸੈਕਿੰਡ ਵੇਵ ਸ਼ੁਰੂ ਹੋ ਚੁੱਕੀ ਹੈ, ਲੋਕੀ ਮੁੜ ਕੇ ਪੈਨਿਕ ਸ਼ੋ ਹੋਣੇ ਸ਼ੁਰੂ ਹੋ ਚੁੱਕੇ ਨੇ। ਕੀ ਕਹੋਗੇ ਇਹਦੇ ਬਾਰੇ? ਦੇਖੋ, ਪਹਿਲੀ ਗੱਲ ਤੇ ਜਿਹੜਾ ਤੁਸੀਂ ਸਟਾਰਟ 'ਚ ਕਿਹਾ ਨਾ ਕਿ ਜਦੋਂ ਸ਼ੁਰੂ ਹੋਇਆ ਸਾਰਾ ਕੁਝ ਸ਼ਟ ਡਾਊਨ ਹੋ ਗਿਆ ਸੀ। ਉਹ ਸ਼ਟ ਡਾਊਨ ਹੋਣ ਦੀ ਵਜ੍ਹਾ ਸੀਗੀ ਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਕੀ ਚੀਜ਼ ਹੈ, ਕਿਹੜਾ ਹੋਊਗਾ। ਸੋ ਐਂਡ ਆਫ ਦ ਡੇ ਜਸਟ ਟੂ ਮੇਕ ਆਰਸੈਲਫ ਅੰਡਰਸਟੈਂਡ ਕਿ ਹੈ ਕੀ ਹੈ, ਇਹਨੂੰ ਅਸੀਂ ਨਜਿੱਠਣਾ ਕੀ ਹੈ। ਉਸ ਵੇਲੇ ਗਵਰਨਮੈਂਟ ਦਾ ਸਭ ਤੋਂ ਬੜਾ ਅੱਛਾ ਸਟੈਪ ਸੀ ਵੀ ਉਹਨਾਂ ਨੇ ਹਰ ਚੀਜ਼ ਨੂੰ ਇੱਕਦਮ ਸਟੈਂਡ ਸਟਿਲ ਕਰਤਾ ਕਿ ਆ ਘਰਾਂ 'ਚ ਰਹੋ, ਕੰਮਾਂ ਤੇ ਨਾ ਜਾਓ, ਸਾਨੂੰ ਦੇਖਣ ਦਿਓ। ਬਾਕੀ ਜਿਹੜੇ ਸਾਡੇ ਫਰੰਟ ਲਾਈਨ ਵਰਕਰ ਸੀ ਉਹ ਉਹਦੇ ਪਿੱਛੇ ਰਾਈਟ ਵੇ ਪੈ ਗਏ ਜਸਟ ਟੂ ਰੈਕਗਨਾਈਜ਼ ਦਿਸ, ਇਹ ਜਿਹੜੀ ਬਲਾ ਹੈ ਜਾਂ ਬਿਪਤਾ ਹੈ ਕੀ ਹੈ। ਸੋ ਐਂਡ ਆਫ ਦ ਡੇ ਗ੍ਰੈਜੂਅਲੀ ਵੀ ਗੋਟ ਹੈਂਡਸ ਔਨ, ਸਾਨੂੰ ਪਤਾ ਲੱਗਾ ਇਹ ਵਾਇਰਸ ਕਿਹੋ ਜਿਹਾ ਹੈ, ਕਿੱਥੋਂ ਚੱਲਿਆ ਹੈ, ਇਹਦਾ ਬਿਹੇਵੀਅਰ ਕੀ ਹੈ। ਸੋ ਗਵਰਨਮੈਂਟ ਨੇ ਆਪਣੇ ਲੈਵਲ ਦੇ ਉੱਤੇ ਬਹੁਤ ਸਾਰੇ ਸਟੈਪ ਉਹਦੇ ਲਈ ਲਏ। ਹੁਣ ਉਸ ਦੌਰਾਨ 'ਚ ਕਹਿਣਾ ਤਾਂ ਬੜਾ ਸੌਖਾ ਹੈ, ਤੁਸੀਂ ਘਰ ਬੈਠੋ, ਪਰ ਸਵੇਰੇ ਰੋਟੀ ਕਿਹਨੇ ਦੇਣੀ ਹੈ? ਉਹਦੇ ਵਾਸਤੇ ਜਿਹੜੇ ਵੀ ਗਵਰਨਮੈਂਟ ਨੇ ਸਾਡੇ ਲਈ ਬੈਨੀਫਿਟਸ ਦਿੱਤੇ ਸੀ, ਹੈਟਸ ਆਫ ਟੂ ਦ ਗਵਰਨਮੈਂਟ ਕਿ ਉਹਨਾਂ ਨੇ ਇੰਨਾ ਕੁਝ ਦਿੱਤਾ ਸਾਨੂੰ ਕਿ ਸਾਨੂੰ ਉਹ ਚਿੰਤਾ ਮੁੱਕ ਗਈ ਵੀ ਰੋਟੀ ਕਿਸ ਤਰ੍ਹਾਂ ਚੱਲੇਗੀ। ਐਂਡ ਆਫ ਦ ਡੇ ਸਭ ਨੂੰ ਰੋਟੀ ਦੀ ਚਿੰਤਾ ਹੁੰਦੀ ਹੈ। ਘਰਾਂ ਬਾਰਾਂ 'ਚ ਰਹਿ ਹੀ ਰਹੇ ਹੋ ਤੁਸੀਂ ਸਾਰੇ, ਭਾਵੇਂ ਰੈਂਟ ਤੇ ਰਹਿ ਰਹੇ ਹੋ, ਭਾਵੇਂ ਆਪਣਾ ਘਰ ਹੈ। ਸੋ ਉਹਨਾਂ ਸਾਰੇ ਬੈਨੀਫਿਟਸ ਨੂੰ ਦੇਖਦੇ ਹੋਏ ਸਾਨੂੰ ਇੱਕ ਆਲਮੋਸਟ 6 ਮਹੀਨੇ ਦੀ ਵਿੰਡੋ ਮਿਲੀ, ਜਿਹੜੀ ਕਿ ਅੱਜ ਸਮਝੋ ਕੱਲ ਨੂੰ 3 ਅਕਤੂਬਰ ਨੂੰ ਉਹ 6 ਮਹੀਨੇ ਦੀ ਵਿੰਡੋ ਖਤਮ ਹੋ ਰਹੀ ਹੈ। ਇਹ ਸਟਾਰਟ ਹੋਇਆ ਸੀ 24 ਮਾਰਚ ਨੂੰ। 24 ਮਾਰਚ ਤੋਂ ਬਾਅਦ ਇਹ ਚੱਲਦਾ ਆਇਆ। ਹੁਣ ਕੀ ਹੈ ਕਿ ਇਹ ਇਕਨੋਮੀ ਵੀ ਖੋਲ੍ਹਣੀ ਜ਼ਰੂਰੀ ਹੈ, ਕਿਉਂਕਿ ਜੇ ਇਕਨੋਮੀ ਨਹੀਂ ਖੋਲਾਂਗੇ ਇਹ ਕੰਟਰੀ ਕਿਵੇਂ ਚੱਲੇਗਾ। ਸੋ ਇਸ ਵਜ੍ਹਾ ਕਰਕੇ ਗਵਰਨਮੈਂਟ ਨੇ ਫੇਸਿਸ ਦੇ ਵਿੱਚ ਖੋਲ੍ਹਿਆ। ਫੇਸ 1 ਸੀ, ਫਿਰ ਫੇਸ 2 ਆਇਆ, ਫੇਸ 3 ਆਇਆ। ਉਹਦੇ ਮੁਤਾਬਕ ਉਹਨਾਂ ਨੇ ਹਰ ਛੋਟੇ ਮਤਲਬ ਸੈਕਸ਼ਨ ਨੂੰ ਓਪਨ ਕੀਤਾ ਤਾਂ ਕਿ ਹੌਟਸਪੌਟ ਨੂੰ ਦੇਖ ਸਕਣ ਕਿ ਹੌਟਸਪੌਟ ਕਿਹੜਾ ਹੈ। ਹੌਟਸਪੌਟ ਦਾ ਮਤਲਬ ਇਹ ਹੋਇਆ ਕਿ ਕਿੱਥੇ ਜ਼ਿਆਦਾ ਕੇਸਿਸ ਆ ਰਹੇ ਹੈ ਔਰ ਕਿਉਂ ਆ ਰਹੇ ਨੇ, ਵੀ ਨੀਡ ਟੂ ਐਨਾਲਾਈਜ਼। ਸੋ ਉਹ ਜਦੋਂ ਸਾਰਾ ਕੁਝ ਖੁੱਲਿਆ ਔਰ ਐਂਡ ਆਫ ਦੀ ਡੇ ਤੁਹਾਨੂੰ ਪਤਾ ਸਕੂਲ ਵੀ ਖੁੱਲ੍ਹਣੇ ਪਏ ਕਿਉਂਕਿ ਬੱਚੇ ਵੀ ਘਰ ਬੈਠੇ ਬੈਠੇ ਅੱਕ ਗਏ, ਬੋਰ ਹੋ ਗਏ। ਸੋ ਹੁਣ ਉਹ ਜਦੋਂ ਸਾਰੇ ਕੰਮ ਅਸੀਂ ਖੋਲ੍ਹੇ ਨੇ ਤੇ ਉਹਦੇ ਵਿੱਚ ਮੈਂ ਸਮਝਣਾ ਐਜ਼ ਅ ਸਿਟੀਜ਼ਨ
ਐਜ਼ ਏ ਨਾਗਰਿਕ ਹੋਣ ਦੇ ਨਾਤੇ ਅਸੀਂ ਆਪਣੀ ਥੋੜੀ ਜਿਹੀ ਜ਼ਿੰਮੇਵਾਰੀ ਤੋਂ ਗੁਰੇਜ਼ ਕਰਨਾ ਸ਼ੁਰੂ ਕਰਤਾ। ਅਸੀਂ ਉਹ ਚੀਜ਼ਾਂ ਨੂੰ ਉਸੇ ਤਰ੍ਹਾਂ ਨਹੀਂ ਰੱਖਿਆ ਜਿਵੇਂ ਕਿ ਹੈਂਡ ਵਾਸ਼ ਕਰਨਾ, ਸੈਨੀਟਾਈਜੇਸ਼ਨ, ਤੇ ਦੂਸਰੇ ਬੰਨੇ ਮਾਸਕ ਪਾਉਣਾ, ਡਿਸਟੈਂਸ ਮੇਨਟੇਨ ਕਰਨਾ। ਅਸੀਂ ਲੋਕ ਥੋੜਾ ਜਿਹਾ ਖੁੱਲ ਗਏ ਵੀ ਚੱਲ ਹੋ ਗਿਆ, ਹੁਣ ਕੀ ਹੋਏਗਾ, ਪਰ ਇਟ ਵਾਜ਼ ਨਾਟ ਲਾਈਕ ਦੈਟ। ਸੋ ਇਸ ਵਜ੍ਹਾ ਕਰਕੇ ਜਿਉਂ-ਜਿਉਂ ਅਸੀਂ ਇਕਨੋਮੀ ਖੁੱਲਦੀ ਗਈ, ਤਿਉਂ-ਤਿਉਂ ਅਸੀਂ ਲਾਪਰਵਾਹ ਹੁੰਦੇ ਗਏ। ਲਾਪਰਵਾਹ ਹੋਣ ਨਾਲ ਕੀ ਹੋਇਆ ਕਿ ਉਹਦੇ ਵਿੱਚੋਂ ਫਿਰ ਸਾਨੂੰ ਇਨਫੈਕਸ਼ਨਸ ਹੋਣੀਆਂ ਸ਼ੁਰੂ ਹੋ ਗਈਆਂ। ਹੁਣ ਇੱਕ ਤੁਹਾਨੂੰ ਯਾਦ ਹੋਣਾ, ਓਨਟਾਰੀਓ ਦੇ ਵਿੱਚ ਪਿੱਛੇ ਸਪੈਸ਼ਲੀ ਆਪਣੇ ਓਨਟਾਰੀਓ ਤੇ 100 ਤੋਂ ਥੱਲੇ ਚਲੇ ਗਏ ਸੀ ਕੇਸਿਸ, ਐਂਡ ਦੈਟ ਵਾਜ਼ ਸਮਥਿੰਗ ਗੁੱਡ। ਔਰ ਅੱਜ ਤੱਕ ਜੇ ਪੀਕ ਕੀਤਾ ਵੀ ਹੈ ਮਈ ਦੇ ਵਿੱਚ ਸੀਗੇ, ਉਹ ਸੀਗੇ ਆਲਮੋਸਟ 680 690। ਹੁਣ ਅੱਜ ਦੀ ਡੇਟ 'ਚ ਕੀ ਹੈ, ਅੱਜ ਦੇ ਜਿਹੜੇ ਨੰਬਰ ਆਏ ਨੇ 723 ਆਏ ਹੈ। 723 ਦਾ ਮਤਲਬ ਇਸ ਟੂ ਮੱਚ। ਔਰ ਉਹਦਾ ਮੇਨ ਰੀਜ਼ਨ ਕੀ ਹੈਗਾ ਹੈ ਕਿ ਅਸੀਂ ਲੋਕ ਲਾਪਰਵਾਹ ਹੋ ਕੇ ਅਸੀਂ ਪਾਰਟੀਆਂ ਜਾਣਾ ਸ਼ੁਰੂ ਕਰਤਾ, ਡਿਸਟੈਂਸ ਨਹੀਂ ਮੇਨਟੇਨ ਕਰ ਰਹੇ, ਠੀਕ ਹੈ, ਔਰ ਮਾਸਕ ਪ੍ਰੋਪਰਲੀ ਨਹੀਂ ਲੈ ਰਹੇ। ਸੋ ਇਹ ਸਾਰੇ ਜਿਹੜੇ ਫੈਕਟਰਸ ਨੇ ਉਹ ਹੁਣ ਇਫੈਕਟ ਹੋ ਰਹੇ ਨੇ। ਇਹਨੂੰ ਤਦੇ ਉਹਨਾਂ ਨੇ ਹੁਣ ਸੈਕੰਡ ਵੇਵ ਦਾ ਨਾਮ ਲਿਆ ਹੈ ਕਿ ਫਿਰ ਕਿਤੇ ਇਹ ਨਾ ਹੋਈ ਚਾਲੂ ਹੋ ਜਾਏ, ਕਿਉਂਕਿ ਜੇ ਇਨਫੈਕਸ਼ਨ ਅਸੀਂ ਇੱਕ ਦੂਜੇ ਨੂੰ ਵੰਡਦੇ ਰਹੇ ਤੇ ਉਹ ਰੁਕਣੀ ਨਹੀਂ ਹੈ। ਔਰ ਜਦੋਂ ਨਹੀਂ ਰੁਕੇਗੀ ਤੇ ਫਿਰ ਆਬਵੀਅਸਲੀ ਕੀ ਹੋਏਗਾ ਕਿ ਪਰੇਸ਼ਾਨੀ ਆਏਗੀ। ਹੁਣ ਇਸ ਵੇਲੇ ਸਾਡੀ ਜਿਹੜੀ ਓਨਟਾਰੀਓ ਗਵਰਨਮੈਂਟ ਹੈ ਉਹ ਇਹ ਰਿਵਿਊ ਕਰ ਰਹੀ ਹੈ ਕਿ ਕਿਹੜੇ ਅਦਾਰੇ ਆ ਜਿਨ੍ਹਾਂ ਨੂੰ ਅਸੀਂ ਬੰਦ ਕਰੀਏ। ਹੁਣ ਮੇਨਲੀ ਉਹਨਾਂ ਨੇ ਕੀ ਪਿਨ ਪੁਆਇੰਟ ਕੀਤਾ ਹੈ ਕਿ ਜਿਹੜੇ ਸਾਡੇ ਨਾਈਟ ਕਲੱਬਸ ਨੇ, ਬਾਰਸ ਨੇ, ਰੈਸਟੋਰੈਂਟਸ ਨੇ, ਜਿੱਥੇ ਲੋਕੀ ਸੋਸ਼ਲਾਈਜ਼ ਕਰਦੇ ਨੇ, ਉਹਨਾਂ ਨੇ ਰੁਕਣ ਦੀ ਕੋਸ਼ਿਸ਼ ਕੀਤੀ। ਮੈਂ ਇੱਕ ਚੀਜ਼ ਅੱਜ ਆਪਣੀ ਸਾਰੀ ਕਮਿਊਨਿਟੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਪਿੱਛੇ ਜੇ ਆਪਾਂ ਨੂੰ ਕਿੰਨਾ ਉਹਨਾਂ ਨੇ ਕਿਹਾ ਕਿ ਨਾ ਆਪਣੇ ਆਪ ਨੂੰ, ਜਿਹੜੀ ਗੈਦਰਿੰਗ ਸੀ ਉਹਨਾਂ ਨੇ 50 ਕੀਤੀ, ਬਾਹਰ ਉਹਨਾਂ ਨੇ ਤੁਹਾਨੂੰ 200 ਤੱਕ ਦੀ ਇਜਾਜ਼ਤ ਦਿੱਤੀ, ਪਰ ਅਸੀਂ ਉਹਨੂੰ ਵੀ ਅਬਿਊਜ਼ ਕੀਤਾ, ਜਿਸ 'ਚ ਮੈਂ ਵੀ ਸ਼ਾਮਲ ਹਾਂ। ਮੈਂ ਇਸ ਲਈ ਕਹਿ ਰਿਹਾ ਕਿ ਡੋਂਟ ਟੇਕ ਇਟ ਪਰਸਨਲੀ। ਮੈਂ ਆਪਣੀ ਕਮਿਊਨਿਟੀ ਨੂੰ ਇਸ ਲਈ ਕਹਿ ਰਿਹਾ ਕਿ ਅਸੀਂ ਲੋਕ ਥੋੜੇ ਜਿਹੇ ਜ਼ਿਆਦਾ ਨਿਡਰ ਹਾਂ। ਅਸੀਂ ਇਹਨਾਂ ਗੱਲਾਂ ਨੂੰ ਆਪਣੇ ਉੱਤੇ ਜ਼ਿੰਮੇਵਾਰੀ ਨਹੀਂ ਸਮਝਦੇ। ਹੁਣ ਜੇ ਮੇਰੇ ਘਰ ਦੇ ਵਿੱਚ 10 ਬੰਦੇ ਆਣੇ ਚਾਹੀਦੇ ਨੇ ਤੇ ਮੈਂ ਕਹਾਂ ਕੋਈ ਨਹੀਂ 50 ਆ ਜਾਓ, ਕਿਹੜਾ ਕੋਈ ਦੇਖਦਾ ਪਿਆ ਹੈ, ਉਹ ਗਲਤੀ ਹੈ ਸਾਡੀ, ਕਿਉਂਕਿ ਦੇਖ ਤੇ ਕੋਈ ਨਹੀਂ ਰਿਹਾ, ਪਰ ਅਸੀਂ ਉਸ ਚੀਜ਼ ਨੂੰ ਵਧਾਉਣ ਦੇ ਵਿੱਚ ਮਦਦ ਕਰ ਰਹੇ ਹਾਂ, ਯਾਨੀ ਇਹ ਇਨਫੈਕਸ਼ਨ ਨੂੰ ਫੈਲਾਉਣ ਦੇ ਵਿੱਚ ਮਦਦ ਕਰ ਰਹੇ ਹਾਂ। ਸੋ ਪਲੀਜ਼ ਮੈਨੂੰ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਜੇ ਗਵਰਨਮੈਂਟ ਨੇ ਸਾਡੇ ਉੱਤੇ ਕੋਈ ਬਾਈਂਡਿੰਗ ਲਾਈ ਹੈ, ਇਹ ਸਾਰੀ ਉਮਰ ਲਈ ਨਹੀਂ ਹੈ, ਇਹ ਥੋੜੀ ਦੇਰ ਲਈ ਹੈ, ਤਾਂ ਕਿ ਇਸ ਚੀਜ਼ ਨੂੰ ਅਸੀਂ ਕੰਟੇਨ ਕਰ ਸਕੀਏ। ਔਰ ਕੰਟੇਨ ਕਰਨ 'ਚ ਤੁਹਾਡੀ ਮੇਰੀ ਸਾਰਿਆਂ ਦੀ ਮਦਦ ਦੀ ਲੋੜ ਹੈ। ਜੇ ਅਸੀਂ ਇਹ ਮਦਦ ਨਹੀਂ ਕਰਾਂਗੇ ਤੇ ਗਵਰਨਮੈਂਟ ਵੀ ਕੁਝ ਨਹੀਂ ਕਰ ਸਕੇਗੀ, ਔਰ ਉਹਦਾ ਐਂਡ ਦੇ ਵਿੱਚ ਇਫੈਕਟ ਕਿਹਦੇ ਤੇ ਹੁੰਦਾ ਹੈ, ਸਾਡੇ ਸਾਰਿਆਂ ਦੇ ਉੱਤੇ। ਸੋ ਬੇਸਿਕਲੀ ਮੇਰਾ ਸਿਰਫ ਇੰਨਾ ਹੀ ਸੀਗਾ। ਹੁਣ ਦੇਖੋ ਮੈਰਿਜਸ ਹੈ, ਫॉर ਐਗਜ਼ਾਮਪਲ ਵਿਆਹ ਸ਼ਾਦੀ ਜਿਹੜਾ ਇੱਕ ਬੜਾ ਸੁਖਾਵਾਂ ਜਿਹਾ ਮਾਹੌਲ ਹੁੰਦਾ ਹੈ, ਅਸੀਂ ਉਹਨੂੰ ਇੰਜੋਏ ਕਰਦੇ ਹਾਂ। ਇਸ ਕੋਵਿਡ ਆਉਣ ਕਰਕੇ ਲੋਕਾਂ ਨੇ ਮੈਰਿਜਸ ਕੈਂਸਲ ਵੀ ਕੀਤੀਆਂ, ਥੋੜੀਆਂ ਐਕਸਟੈਂਡ ਕੀਤੀਆਂ, ਪਰ ਅੱਜ ਕੀ ਰੀਜ਼ਨ ਹੈ ਕਿ ਮੰਨ ਲਓ ਮੈਂ ਆਪਣੇ ਬੇਟੇ ਦੀ ਸ਼ਾਦੀ ਕਰਨਾ ਜਾਂ ਬੇਟੀ ਦੀ ਸ਼ਾਦੀ ਕਰਨਾ, ਤੁਸੀਂ ਮੇਰੇ ਦੂਰ ਦੇ ਰਿਸ਼ਤੇਦਾਰ ਹੋ ਜਾਂ ਨੇੜੇ ਦੇ ਹੋ ਜਾਂ ਫਰੈਂਡ ਸਰਕਲ 'ਚੋਂ ਆ, ਕੀ ਇਹ ਜ਼ਰੂਰੀ ਹੈ ਕਿ ਮੈਂ ਤੁਹਾਨੂੰ ਬੁਲਾਵਾਂ, ਜਦ ਕਿ ਤੁਸੀਂ ਵੀ ਸਮਝਦੇ ਹੋ ਕਿ ਸਿਚੁਏਸ਼ਨ ਕਿਹੋ ਜਿਹੀ ਹੈ। ਸੋ ਜੇ ਮੈਂ ਹੁਣ ਵਧੋ ਵਧੀ ਇਹੋ ਹੀ ਸੋਚਾਂ ਕਿ ਮੇਰਾ ਨੱਕ ਰਹਿਣ ਹੋਊਗਾ, ਲੋਕੀ ਕੀ ਕਹਿਣਗੇ, ਪਹਿਲੀ ਗੱਲ ਇਹ ਹੈ, ਮੈਂ ਤੇ ਸਾਰਿਆਂ ਨੂੰ, ਮੇਰੇ ਦੋਸਤ ਨੇ ਪਰਸਨਲ, ਮੈਨੂੰ ਆਪਣਾ ਵੱਡਾ ਭਰਾ ਗਿਣਦੇ, ਉਹਨਾਂ ਦੇ ਬੇਟੇ ਦੀ ਸ਼ਾਦੀ ਸੀ। ਮੈਂ ਇਸ ਲਈ ਕਹਿ ਰਿਹਾ, ਆਮ ਗਿਵਿੰਗ ਐਗਜ਼ਾਮਪਲ ਆਫ ਮਾਈ ਓਨ। ਮੈਨੂੰ ਕਹਿਣ ਲੱਗੇ ਕਲਸੀ ਸਾਹਿਬ ਤੁਸੀਂ ਮਿਲਣੀ ਕਰਨੀ ਹੈ, ਤੁਸੀਂ ਆਉਣਾ ਹੈ। ਮੈਂ ਕਿਹਾ ਜੀ ਆਹ ਹੱਥ ਜੁੜੇ ਮੇਰੇ, ਤੁਸੀਂ ਗੁੱਸਾ ਲੱਗੇ ਜਾਂ ਨਾ ਲੱਗੇ, ਆਈ ਐਮ ਸੋ ਸੌਰੀ, ਆਈ ਐਮ ਨਾਟ ਗੋਇੰ ਟੂ ਕਮ। ਕਿਉਂ? ਮੈਂ ਕਿਹਾ ਮੈਂ ਤੁਹਾਡੀ ਸੇਫਟੀ ਵਾਸਤੇ ਨਹੀਂ ਆਉਣਾ, ਮੈਨੂੰ ਕੁਝ ਹੋਵੇ ਜਾਂ ਤੁਹਾਡੇ ਕਿਸੇ ਵੀ ਗੈਸਟ ਨੂੰ ਕੁਝ ਹੋਵੇ, ਆਈ ਡੋਂਟ ਵਾਂਟ ਦੈਟ। ਤਾਂ ਦੂਸਰੇ ਬੰਨੇ ਅੱਜ ਵੀ ਸਾਨੂੰ ਉਹੀ ਪਿਆਰ ਹੈ, ਅੱਜ ਵੀ ਅਸੀਂ ਮਿਲਦੇ ਗਿਲਦੇ ਹਾਂ, ਕਿਸੇ ਦੇ ਆਏ ਗਏ ਨਾ ਕੋਈ ਫਰਕ ਨਹੀਂ ਪੈਂਦਾ। ਪਰ ਇਹ ਸਾਡੀ ਇੱਕ ਇਮੋਸ਼ਨਲ ਖੇਡ ਹੈਗੀ ਹੈ ਕਿ ਅਸੀਂ 100 ਬੰਦਾ ਇਕੱਠਾ ਕਰਨਾ ਹੀ ਕਰਨਾ ਜਾਂ 200 ਕਰਨਾ। ਅੱਜ ਦੀ ਡੇਟ 'ਚ ਲੋਕੀ ਲੇਡੀ ਸੰਗੀਤ ਵੀ ਘਰ 'ਚ ਕਰ ਰਹੇ ਨੇ। ਪੁਰਾਣਾ ਵਾਲਾ ਲੇਡੀ ਸੰਗੀਤ ਤੇ ਮੁਸ਼ਕਲ ਨਾਲ ਛੋਟੇ ਜਿਹੇ ਕਮਰੇ 'ਚ 50 ਬੰਦੇ ਬੈਠੇ ਹੁੰਦੇ ਨੇ, ਠੀਕ ਹੈ। ਔਰ ਫਿਰ ਜਦ ਤੁਸੀਂ ਗਾ ਰਹੇ ਹੋ, ਹੱਸ ਰਹੇ ਹੋ, ਨੱਚ ਰਹੇ ਹੋ ਜਾਂ ਜੋ ਵੀ ਕਰ ਰਹੇ ਹੋ, ਉਹਦੇ ਨਾਲ ਤੁਸੀਂ ਇਨਫੈਕਸ਼ਨ ਨੂੰ ਬਾਹਰ ਸਪਰੈਡ ਕਰ ਰਹੇ ਹੋ। ਹੁਣ ਜਿਹੜਾ ਵੀ ਨੇੜੇ ਹੋਏਗਾ ਇਨਫੈਕਟਡ ਹੋ ਜਾਏਗਾ। ਰੱਬ ਕਰੇ ਕੋਈ ਵੀ ਇਨਫੈਕਟਡ ਨਾ ਹੋਵੇ, ਪਰ ਜੇ ਉਹ 'ਚ ਇੱਕ ਵੀ ਬੰਦਾ ਮਾੜਾ ਹੋਇਆ, ਹੋ ਸਕਦਾ ਹੋਰ 10 ਬੰਦੇ ਨੂੰ ਖਰਾਬ ਕਰੇ। ਸੋ ਐਂਡ ਆਫ ਦੀ ਡੇ ਮੇਰਾ ਸਿਰਫ ਕਹਿਣ ਦਾ ਮਕਸਦ ਇਹ ਨਹੀਂ ਸੀਗਾ ਕਿ ਅਸੀਂ ਥੋੜੀ ਜਿਹੀ ਰਿਸਪੌਂਸਿਬਲ ਹੋ ਕੇ ਜ਼ਰੂਰ ਕਰੋ। ਜੇ ਅਸੀਂ ਵਿਆਹ ਕਰਨਾ ਵੀ ਹੈ, ਮੁੰਡਾ ਹੈ, ਮੁੰਡੇ ਦੇ ਮਾਂ ਪਿਓ ਹੈ, ਭੈਣ ਭਰਾ ਹੈ, 4-5 ਬੰਦੇ ਘਰ ਦੇ, ਇਸੇ ਤਰ੍ਹਾਂ ਕੁੜੀ ਵਾਲੀ ਸਾਈਡ ਤੋਂ 4-5 ਹੋਣ। ਜੇ ਅਸੀਂ ਗੁਰਦੁਆਰੇ ਵੀ ਗਏ ਹਾਂ, ਇੱਕ ਵੱਡਾ ਕਮਰਾ ਹੈ ਜਿਹਦੇ 'ਚ ਅਸੀਂ 20 ਬੰਦੇ ਬੈਠੇ ਹਾਂ, ਕੋਈ ਫਰਕ ਨਹੀਂ ਪੈਂਦਾ। ਪਰ ਤੁਸੀਂ ਆਪਣਾ ਜਿਹੜੀ ਮਨ ਦੀ ਮਨਸ਼ਾ ਕਰ ਲਓ। ਜਦੋਂ ਕੋਵਿਡ ਚਲਾ ਜਾਏਗਾ, ਜੇ ਤੁਸੀਂ ਐਡੇ ਔਖੇ ਹੋ ਕਿ ਮੈਂ ਜ਼ਰੂਰ 100,000 ਜਾਂ 50,000 ਖਰਚਣਾ ਹੈ, ਕੋਵਿਡ ਨੂੰ ਖਤਮ ਹੋਣ ਦਿਓ। ਉਦੋਂ ਉਨੀ ਦੇਰ ਤੱਕ ਸ਼ਾਇਦ ਹੋ ਸਕਦਾ ਤੁਹਾਡੇ ਘਰ ਪੋਤਾ ਪੋਤੀ ਦੋਤਾ ਦੋਤੀ ਵੀ ਆ ਜਾਏ, ਫਿਰ ਐਸੀ ਪਾਰਟੀ ਕਰਨਾ ਕਿ ਦੁਨੀਆ ਦੇਖੇ ਕਿ ਦੇਖੋ ਜੀ ਫਲਾਣੇ ਨੇ ਆ ਕੀਤੀ। ਪਰ
ਪਰ ਤੁਸੀਂ ਅੱਜ ਤੇ ਨਾ ਕਰੋ। ਅੱਜ ਕਮ ਸੇ ਕਮ ਅਸੀਂ ਆਪਣੀ ਰਿਸਪੌਂਸਿਬਿਲਟੀ, ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਸ ਚੀਜ਼ ਤੋਂ ਗੁਰੇਜ਼ ਕਰਦੇ ਹੋਏ ਉਸ ਚੀਜ਼ ਨੂੰ ਅਸੀਂ ਪਰੇ ਰੱਖੀਏ। ਸੋ ਦੈਟ ਇਜ਼ ਮੋਸਟ ਇੰਪੋਰਟੈਂਟ। ਸੋ ਇਸ ਵਜ੍ਹਾ ਕਰਕੇ ਮੈਂ ਕਹਿੰਦਾ ਕਿ ਹੁਣ ਗਵਰਨਮੈਂਟ ਨੇ ਜਿਵੇਂ ਰੱਖਿਆ ਕਿ 10 ਬੰਦਿਆਂ ਤੋਂ ਉੱਤੇ ਨਹੀਂ ਹੋਣੇ ਚਾਹੀਦੇ, ਠੀਕ ਹੈ ਜੀ। ਬਾਹਰ ਤੁਹਾਨੂੰ ਉਹਨਾਂ ਨੇ 50 ਬੰਦੇ ਦਿੱਤੇ ਨੇ, ਪਰ ਜਸਟ ਸਟਿਕ ਟੂ ਦੈਟ ਐਂਡ ਜਸਟ ਫੋਲੋ ਦੈਟ। ਬਿਲਕੁਲ ਸਰ, ਤੇ ਜਿਵੇਂ ਅਸੀਂ ਕਹਿ ਰਹੇ ਹਾਂ, ਤੁਸੀਂ ਵੀ ਦੱਸਿਆ ਕਿ ਅਸੀਂ ਵੀ ਆਪਣੀ ਰਿਸਪੌਂਸਿਬਿਲਟੀ ਨੂੰ ਨਿਭਾਈਏ ਜੇ ਸਰਕਾਰ ਕਰ ਰਹੀ ਹੈ। ਸਰਕਾਰ ਹਜੇ ਵੀ ਆਪਣੇ ਨਾਗਰਿਕਾਂ ਦਾ ਖਿਆਲ ਰੱਖ ਰਹੀ ਹੈ। ਜੇ ਸਭ ਬੈਨੀਫਿਟਸ ਬੰਦ ਹੋ ਰਹੇ ਨੇ, ਇਸ ਦੀ ਜਗ੍ਹਾ ਤੇ ਕੁਝ ਹੋਰ ਰਿਕਵਰੀ ਪਲਾਨਸ ਵੀ ਉਹਨਾਂ ਨੇ ਲੈ ਕੇ ਆਏ ਨੇ ਤਾਂ ਕਿ ਜਿਨ੍ਹਾਂ ਦੀਆਂ ਅਜੇ ਤੱਕ ਜੌਬਸ ਨਹੀਂ ਲੱਗ ਸਕੀਆਂ ਉਹਨਾਂ ਨੂੰ ਅਜੇ ਵੀ ਕੋਈ ਆਰਥਿਕ ਸਹਾਇਤਾ ਦਿੱਤੀ ਜਾ ਸਕੇ। ਉਹਦੇ 'ਚ ਇਸ ਤਰ੍ਹਾਂ ਤਰਨਜੀਤ ਜੀ ਕਿ ਸਰਬ ਜਿਹੜੀ ਸੀ ਉਹ ਸੀਗਾ ਕੈਨੇਡਾ ਐਮਰਜੈਂਸੀ ਰਿਲੀਫ ਬੈਨੀਫਿਟਸ। ਹੁਣ ਕੀ ਹੋਇਆ ਹੈ, CERB ਦੇ ਵਿੱਚੋਂ E ਹਟ ਗਈ, ਠੀਕ ਹੈ ਜੀ। ਹੁਣ ਕੀ ਹੋਇਆ, ਕੈਨੇਡਾ ਰਿਕਵਰੀ ਬੈਨੀਫਿਟਸ ਹੋ ਗਏ, ਠੀਕ ਹੈ। ਹੁਣ ਕੈਨੇਡਾ ਰਿਕਵਰੀ ਬੈਨੀਫਿਟਸ ਕਿਹਨੂੰ ਮਿਲ ਸਕਦੇ ਨੇ? ਜਿਸ ਤਰ੍ਹਾਂ ਸਾਨੂੰ ਜਿਨ੍ਹਾਂ ਨੂੰ ਸਰਬ ਮਿਲ ਰਹੀ ਸੀ। ਜੀ, ਇਹਦੇ ਬਾਰੇ ਗੱਲ ਕਰਾਂਗੇ ਕਿ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ ਜੀ, ਸ਼ਾਇਦ ਸਾਡਾ ਫੋਨ ਡਿਸਕਨੈਕਟ ਹੋ ਗਿਆ ਜੀ। ਕੋਈ ਨਹੀਂ। ਸੋ ਜਿਹੜਾ ਸਰਬ ਸੀਗਾ ਹੁਣ CRB ਹੋ ਗਿਆ। ਇਹਨੂੰ ਕੌਣ ਕੁਆਲੀਫਾਈ ਕਰਦਾ ਹੈ? ਇਹ ਬਿਲਕੁਲ ਉਸੇ ਪੈਟਰਨ ਤੇ ਹੀ ਹੈ, ਪਰ ਇਹਨੂੰ ਹੁਣ ਅਸੀਂ ਅਨਇੰਪਲੋਇਮੈਂਟ ਨਾਲ ਜੋੜਤਾ ਹੈ, EI ਬੈਨੀਫਿਟਸ ਨਾਲ ਜੋੜਤਾ ਹੈ। ਜਿਨ੍ਹਾਂ ਦੇ ਬੈਨੀਫਿਟ ਹਾਲੇ ਕੰਪਲੀਟ ਨਹੀਂ ਸੀ ਹੋਏ ਉਹਨੂੰ ਤੇ ਗਵਰਨਮੈਂਟ ਨੇ ਆਟੋਮੈਟਿਕਲੀ ਉਸ ਚ ਪਾ ਦੇਣਾ CRB ਚ, ਪਰ ਜਿਨ੍ਹਾਂ ਦੇ ਆਲਰੇਡੀ ਐਗਜ਼ੌਸਟ ਹੋ ਚੁੱਕੇ ਨੇ ਉਹਨੂੰ ਫਿਰ CRA ਦੇ ਵੈਬਸਾਈਟ ਤੇ ਜਾ ਕੇ ਫਿਰ ਮਾਈ CRA ਅਕਾਊਂਟ 'ਚ ਜਾ ਕੇ ਤੁਹਾਨੂੰ ਉਹਦੇ ਲਈ ਅਪਲਾਈ ਕਰਨਾ ਪੈਣਾ। ਅੱਗੇ ਜਿਹੜੇ ਸਾਡੇ ਕੋਲ ਘੰਟੇ ਸੀਗੇ EI ਦੇ ਬੈਨੀਫਿਟ ਲਈ ਉਹ ਜ਼ਿਆਦਾ ਸੀ, ਹੁਣ ਉਹਨਾਂ ਨੇ ਉਹਨੂੰ ਘਟਾ ਆਲਮੋਸਟ 50% ਲੈਣ ਦਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਬੰਦੇ ਉਹ 'ਚ ਕੁਆਲੀਫਾਈ ਕਰ ਸਕਣ। ਹੁਣ ਇਹ ਜਿਹੜੀ ਸਿਚੁਏਸ਼ਨ ਹੈਗੀ ਹੈ, ਜਿਹੜੇ ਵੀ ਅਪਲਾਈ ਕਰਨਗੇ ਇਹ 'ਚ ਜਿਹੜੇ ਸੈਲਫ ਇੰਪਲੋਇਡ ਸੀ ਉਹਨਾਂ ਦੀ ਵੀ ਉਹੀ ਸਿਚੁਏਸ਼ਨ ਹੈ ਜਿਵੇਂ ਇੰਪਲੋਈਜ਼ ਦੀ ਹੈ। ਉਹੀ ਕੰਡੀਸ਼ਨ ਉਹੀ ਹੈ ਕਿ ਤੁਸੀਂ 19 ਜਾਂ 20 ਦੇ ਵਿੱਚ 5000 ਮਿਨੀਮਮ ਇਨਕਮ ਕੀਤੀ ਹੋਵੇ ਜਦੋਂ ਹੋਇਆ ਤੁਸੀਂ ਇੰਪਲੋਇਡ ਹੋਵੋ। ਈਵਨ ਜਿਹੜੇ ਹੁਣ CRB ਲਈ ਕੁਆਲੀਫਾਈ ਕਰਨਗੇ, ਜੇ ਉਹ ਇਸ ਦੌਰਾਨ ਦੇ ਵਿੱਚ ਸੈਲਫ ਇੰਪਲੋਇਡ ਸੀ ਜਾਂ ਅਨਇੰਪਲੋਇਡ ਸੀ ਤੇ ਅਨਇੰਪਲੋਇਮੈਂਟ ਆ ਗਈ ਹੈ, ਦੇ ਆਲਸੋ ਕੁਆਲੀਫਾਈ, ਠੀਕ ਹੈ। ਪਰ ਇੱਕ ਗੱਲ ਦਾ ਖਾਸ ਖਿਆਲ ਕਰਨ ਦੀ ਲੋੜ ਹੈ ਇਸ ਵੇਲੇ, ਉਹ ਇਹ ਹੈ ਕਿ ਆਪਾਂ ਕਾਹਲੀ ਨਾ ਕਰੀਏ। ਇਹ ਨਾ ਸੋਚੀਏ ਅੱਜ ਤੋਂ ਖੁੱਲਿਆ ਹੈ ਕੱਲ੍ਹ ਹੀ ਅਪਲਾਈ ਕਰਦਾ, ਪਰਸੋਂ ਹੀ ਅਪਲਾਈ ਕਰਦਾ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਦਾ ਕਿ ਜਿਹੜੇ ਇਹ ਬੈਨੀਫਿਟਸ ਨੇ ਇਹ ਅਪਲਾਈ ਕਰਨ ਤੱਕ ਸੈਪਟੈਂਬਰ 2021 ਤੱਕ ਤੁਹਾਡਾ ਟਾਈਮ ਹੈ। ਅੱਜ ਜੇ ਮੈਂ ਨਾਮ ਹੀ ਲਵਾਂ, ਮੈਂ ਨਾਂ ਲਵਾਂਗਾ ਤੇ ਕੀ ਹੋਏਗਾ ਕਿ ਮੈਨੂੰ ਰਾਈਟ ਵੇ ਨਹੀਂ ਮਿਲਣਗੇ, ਪਰ ਸੈਪਟੈਂਬਰ 2021 ਤੱਕ ਮੈਂ ਕਦੀ ਵੀ ਅਪਲਾਈ ਕਰਕੇ ਆਪਣੇ ਸਾਰੇ ਬੈਨੀਫਿਟਸ ਇਕੱਠੇ ਲੈ ਸਕਦਾ। ਜੀ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ ਪਲੀਜ਼ ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਕੱਟ ਕਰਕੇ ਸਾਡੇ ਨਾਲ ਡਾਇਰੈਕਟ ਗੱਲ ਕਰੋ। ਹੈਲੋ, ਸਾਡਾ ਫੋਨ ਡਿਸਕਨੈਕਟ ਹੋ ਗਿਆ। ਦਰਸ਼ਕਾਂ ਨੂੰ ਇਹੀ ਗੁਜ਼ਾਰਿਸ਼ ਹੈ, ਜਦੋਂ ਵੀ ਤੁਸੀਂ ਸਾਡੇ ਨਾਲ ਗੱਲ ਕਰੋ ਤਾਂ ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਕੱਟ ਕਰਕੇ ਡਾਇਰੈਕਟ ਸਾਡੇ ਨਾਲ ਗੱਲ ਕਰੋ। ਜੀ ਸਰ। ਹਾਂਜੀ, ਸੋ ਮੈਂ ਕਹਿ ਰਿਹਾ ਸੀਗਾ ਕਿ ਸਾਡੇ ਕੋਲ ਨੂੰ ਅਪਲਾਈ ਕਰਨ ਲਈ 25 ਸਤੰਬਰ 2021 ਤੱਕ ਦਾ ਟਾਈਮ ਹੈ, 2021। ਸੋ ਇਸ ਲਈ ਪਲੀਜ਼ ਡੋਂਟ ਰਸ਼ ਫॉर दैट, ਨੰਬਰ 1। ਸੈਕੰਡਲੀ, ਜਿਹੜੇ ਕ੍ਰੈਡੈਂਸ਼ੀਅਲਸ ਹੈਗੇ ਨੇ ਜੋ ਉਹਨਾਂ ਨੇ ਮੰਗਿਆ ਹੈ, ਆਪਣੇ ਅਕਾਊਂਟੈਂਟ ਨਾਲ ਬੈਠ ਕੇ ਜਾਂ ਜਿਹੜਾ ਵੀ ਤੁਹਾਡਾ ਜ਼ਰੀਆ, ਜਿਹੜੇ ਵੀ ਤੁਹਾਡੇ ਕੰਸਲਟੈਂਟ ਨੇ, ਉਹਦੇ ਨਾਲ ਬੈਠ ਕੇ ਇਹ ਜ਼ਰੂਰ ਕਨਫਰਮ ਕਰ ਲਓ, ਡੂ ਆਈ ਕੁਆਲੀਫਾਈ, ਕਿਉਂਕਿ ਹਰ ਚੀਜ਼ ਦਾ ਪ੍ਰੂਫ ਚਾਹੀਦਾ ਹੋਣਾ, ਇਹ ਖਿਆਲ ਰੱਖਣਾ। ਇਹ ਨਾ ਹੋਵੇ ਕਿ ਅਸੀਂ ਦੇਖੋ, ਪਹਿਲੀ ਗੱਲ ਅੱਗੇ ਪਿੱਛੇ ਵੀ ਇਹੋ ਹੀ ਹੋਇਆ ਸੀ, ਅੱਜ ਵੀ ਉਹੀ ਗੱਲ ਹੈ ਕਿ ਮੁਫਤ ਚੀਜ਼ ਆਂਦੀ ਕਿਸੇ ਨੂੰ ਮਾੜੀ ਨਹੀਂ ਲੱਗਦੀ, ਠੀਕ ਹੈ, ਪਰ ਕੱਲ ਨੂੰ ਮੁਫਤ ਦਾ ਹਿਸਾਬ ਦੇਣਾ ਪੈਣਾ ਹੈ। ਜੀ, ਇੱਕ ਦਰਸ਼ਕ ਜੁੜ ਗਏ ਨੇ, ਆਪਾਂ ਗੱਲ ਕਰ ਲਈਏ। ਹੈਲੋ ਜੀ, ਆਪਣੀ ਟੀਵੀ ਸਕਰੀਨ ਦੀ ਪਲੀਜ਼ ਆਵਾਜ਼ ਨੂੰ ਕੱਟ ਕਰਕੇ ਸਾਡੇ ਨਾਲ ਗੱਲ ਕਰੋ। ਹੈਲੋ ਜੀ ਸਰ। ਸੋ ਇਸ ਲਈ ਪਹਿਲੀ ਗੱਲ ਅਸੀਂ ਇਹ ਨੋਟ ਕਰੀਏ ਕਿ ਡੂ ਆਈ ਕੁਆਲੀਫਾਈ। ਜੇ ਅਸੀਂ ਕੁਆਲੀਫਾਈ ਕਰਨੇ ਹੈ, ਨੋ ਪ੍ਰੋਬਲਮ ਐਟ ਆਲ, ਯੂ ਵਿਲ ਗੈਟ ਦ ਮਨੀ, ਯੂ ਵਿਲ ਗੈਟ ਦ ਬੈਨੀਫਿਟਸ। ਸੋ ਇਸ ਵਜ੍ਹਾ ਕਰਕੇ ਹਰ ਚੀਜ਼ ਤੁਹਾਡੀ ਗਵਰਨਮੈਂਟ ਨੇ ਚੈੱਕ ਕਰਨੀ ਹੈ। तो वो जो चैक करनी है तो उन्होंने देखने वास्ते आप पहले उसकी तैयारी कर लीए कि भी सानू ये मिलेगा या नहीं मिलेगा। तो टोटल जो बेनिफिट्स इंट्रोड्यूस हुए ने वो 3 हुए ने। एक तो CRB होया जिहड़ा कि असीं हुणे आपां गल करके हुए हैं। उस तो बाद उन्होंने की कीता है, कैनेडा रिकवरी सिकनेस बेनिफिट दिते हैं। ठीक है, ये हुण बेनिफिट की है, ये तुहानू $500 हफ्ता 2 हफ्ते लिए मिल सकता मैक्सिमम। ਉਹਦਾ ਮਕਸਦ ਕੀ ਹੈ ਕਿ ਮੰਨ ਲਓ ਜੇ ਅੱਜ ਕੋਵਿਡ ਪੋਜ਼ਿਟਿਵ ਕੋਈ ਬੰਦਾ ਹੁੰਦਾ ਹੈ ਜਾਂ ਸਿਕ ਹੁੰਦਾ ਹੈ, ਉਹਨੂੰ ਕੁਆਰੰਟਾਈਨ ਦੇ 14 ਦਿਨ ਅੰਦਰ ਰਹਿਣਾ ਪੈਣਾ। तो 14 दिन का मतलब हो गया 2 हफ्ते।
ਸੋ ਇਸ ਲਈ ਉਹ ਜਿਹੜੇ 2 ਹਫ਼ਤੇ ਤੁਸੀਂ ਲੂਜ਼ ਕਰ ਰਹੇ ਹੋ ਉਹਦੇ ਬੈਨੀਫਿਟ ਤੁਹਾਨੂੰ ਗਵਰਨਮੈਂਟ ਦੇਗੀ। ਯਾਨੀ ਜੇ ਅੱਜ ਮੈਂ 1 ਤਰੀਕ ਨੂੰ ਮੰਨ ਲਓ ਮੈਂ ਬਿਮਾਰ ਹੋਇਆ, 1 ਤੋਂ ਲੈ ਕੇ 15 ਤੱਕ ਜਿਹੜੇ 2 ਹਫ਼ਤੇ ਹੈ $500 ਹਫ਼ਤਾ ਗਵਰਨਮੈਂਟ ਦੇਗੀ, ਉਸ ਤੋਂ ਉੱਤੇ ਐਕਸਟੈਂਡ ਨਹੀਂ ਹੋਣਗੇ। ਇਸ ਚੀਜ਼ ਦਾ ਖਾਸ ਖਿਆਲ ਰੱਖਣਾ। ਸੈਕੰਡਲੀ ਇਹਦੇ ਵਿੱਚ ਇਹ ਵੀ ਚੀਜ਼ ਹੈਗੀ ਹੈ ਕਿ ਜੇ ਅੱਜ ਦੀ ਡੇਟ ਮੈਂ ਜੋ ਸੈਲਫ ਆਈਸੋਲੇਟ ਕਰਨਾ ਪਿਆ ਉਹਨੂੰ 2 ਵੀਕਸ ਲਈ ਹੈ ਜੀ। ਹੁਣ ਇਸ ਤੋਂ ਬਾਅਦ ਆ ਜਾਂਦਾ ਤੀਸਰਾ ਬੈਨੀਫਿਟ, ਉਹ ਹੈਗਾ ਕੈਨੇਡਾ ਰਿਕਵਰੀ ਕੇਅਰ ਗਿਵਿੰਗ ਬੈਨੀਫਿਟ। ਹਾਂਜੀ, ਹੁਣ ਇਹ ਕੇਅਰ ਗਿਵਿੰਗ ਕੀ ਹੈਗਾ? ਕੇਅਰ ਗਿਵਿੰਗ ਦਾ ਮਤਲਬ ਇਹ ਹੋਇਆ ਕਿ ਮੇਰੇ ਘਰ 'ਚ ਕੋਈ ਬਿਮਾਰ ਹੈ ਜਿਹਦੇ ਕਰਕੇ ਮੈਂ ਨਹੀਂ ਜਾ ਸਕਦਾ ਕੰਮ ਤੇ, ਔਰ ਮੇਰੇ ਤੋਂ ਇਲਾਵਾ ਕੋਈ ਦੇਖ ਰੇਖ ਕਰਨ ਵਾਲਾ ਨਹੀਂ ਹੈ। ਉਸ ਕੇਸ ਦੇ ਵਿੱਚ ਮੈਂ ਆਪਣੇ ਉਹਨਾਂ ਨੂੰ ਕੇਅਰ ਗਿਵਰ 26 ਹਫ਼ਤੇ ਤੱਕ ਕੁਆਲੀਫਾਈ ਕਰ ਸਕਦਾ। ਠੀਕ ਹੈ, ਸੋ 26 ਹਫ਼ਤੇ ਤੱਕ ਮੈਨੂੰ ਇਹ ਬੈਨੀਫਿਟ ਮਿਲ ਸਕਦੇ ਹੋ $500 ਹਫ਼ਤਾ, ਯਾਨੀ ਉਹੀ $2000 ਮਹੀਨੇ ਦਾ। ਹੁਣ ਇਹਦੇ ਵਿੱਚ ਇਹ ਵੀ ਹੈਗੇ ਹੈ ਕਿ ਜੇ ਮੇਰੇ ਬੱਚੇ ਨੇ 12 ਸਾਲ ਤੋਂ ਛੋਟੇ ਨੇ, ਜਿਹੜੇ ਕਿ ਮੌਂਟੇਸਰੀ 'ਚ ਜਾਂਦੇ ਸੀ ਜਾਂ ਡੇ ਕੇਅਰ 'ਚ ਜਾਂਦੇ ਸੀ, ਜੇ ਉਹਨਾਂ ਦਾ ਡੇ ਕੇਅਰ ਬੰਦ ਹੋ ਗਿਆ, ਇੱਕ ਗੱਲ ਦਾ ਇੱਥੇ ਖਿਆਲ ਰੱਖਣਾ, ਥੋੜਾ ਜਿਹਾ ਬੜਾ ਇੱਕ ਨਾਜ਼ੁਕ ਜੀ ਸਿਚੁਏਸ਼ਨ ਹੈ। ਇੱਕ ਹੈਗਾ ਕਿ ਡੇ ਕੇਅਰ ਬੰਦ ਹੈ ਤੇ ਮੇਰੇ ਬੱਚੇ ਜਾ ਨਹੀਂ ਸਕਦੇ, ਇੱਕ ਹੈ ਕਿ ਮੈਂ ਨਹੀਂ ਭੇਜਣਾ ਚਾਹੁੰਦਾ, ਡੇ ਕੇਅਰ ਖੁੱਲੇ ਆ। ਇੱਥੇ ਫਰਕ ਹੈ। ਸੋ ਜੇ ਮੈਂ ਨਹੀਂ ਭੇਜਣਾ ਚਾਹੁੰਦਾ, ਇਟ ਮੀਨਸ ਮੈਂ ਵੋਲੰਟਰਲੀ ਆਪਣੇ ਬੱਚੇ ਨੂੰ ਘਰ ਰੱਖਿਆ, ਜੇ ਮੈਂ ਉਹਨਾਂ ਨੂੰ ਹੋਮ ਸਕੂਲਿੰਗ ਕਰ ਰਿਹਾ ਹਾਂ, ਕੁਝ ਵੀ ਕਰ ਰਿਹਾ ਹਾਂ, ਤੇ ਮੈਂ ਉਹਦੇ ਲਈ ਕੁਆਲੀਫਾਈ ਨਹੀਂ ਕਰਾਂਗਾ। ਠੀਕ ਹੈ, ਜੇ ਡੇ ਕੇਅਰ ਬੰਦ ਹੈ ਔਰ ਉਹਦੇ ਕਰਕੇ ਕਿਉਂਕਿ ਬੱਚਾ ਘਰ ਹੈ, ਮੈਂ ਕੰਮ ਤੇ ਨਹੀਂ ਜਾ ਸਕਦਾ ਜਾਂ ਜਾ ਸਕਦੀ, ਠੀਕ ਹੈ, ਉਸ ਸਿਚੁਏਸ਼ਨ 'ਚ ਮੈਨੂੰ ਬਿਲਕੁਲ ਉਹ ਬੈਨੀਫਿਟਸ ਅਵੇਲੇਬਲ ਨੇ, ਯਾਨੀ $500 ਵੀਕ 26 ਹਫ਼ਤਿਆਂ ਲਈ ਮੈਂ ਉਹ ਲੈ ਸਕਦਾ। ਸੋ ਇਹਦੇ ਵਿੱਚ ਜਿਹੜਾ ਗ੍ਰੇ ਏਰੀਆ ਹੈ, ਯਾਨੀ ਜਿਹੜਾ ਫਾਈਨ ਲਾਈਨ ਹੈ, ਇਹਨੂੰ ਬੜੇ ਧਿਆਨ ਨਾਲ ਦੇਖ ਸਮਝ ਕੇ ਕਰਨਾ, ਕਿਉਂਕਿ ਕੋਈ ਕਹਿੰਦੇ ਵੀ ਕਿਸੇ ਨੂੰ ਕੀ ਪਤਾ। ਨੋ, ਇਟਸ ਨਾਟ ਅਬਾਊਟ ਕਿਸੇ ਨੂੰ ਪਤਾ। ਕੱਲ ਨੂੰ ਜੇ ਅਸੀਂ ਬੱਚੇ ਨੂੰ ਮੈਂ ਕਹਿੰਦਾ ਹੈ ਕਿ ਮੇਰਾ ਬੱਚਾ ਜਿਹੜਾ ਸੀ ਉਹ ਨਹੀਂ ਜਾ ਸਕਿਆ, ਉਹ ਤੁਹਾਡੇ ਕੋਲ ਪੁੱਛਣਗੇ ਕਿਹੜੇ ਡੇ ਕੇਅਰ 'ਚ ਜਾਂਦਾ ਹੈ, ਮੰਨ ਲਓ ABC ਕਿਤੇ ਜਾਂਦਾ ਹੈ, ਪਰ ਉਹ ABC ਉਸ ਦੌਰਾਨ 'ਚ ਖੁੱਲ੍ਹਾ ਹੈ, ਯੂ ਡੂ ਨਾਟ ਕੁਆਲੀਫਾਈ। ਠੀਕ ਹੈ, ਸੋ ਕਹਿਣ ਦਾ ਮੇਰਾ ਸਿਰਫ ਭਾਵ ਇਹ ਹੈ ਕਿ ਇਹਨੂੰ ਅਬਿਊਜ਼ ਨਾ ਕਰੀਏ। ਜੇ ਅਬਿਊਜ਼ ਕਰਾਂਗੇ ਫਿਰ ਉਹੀ ਲਫ਼ਜ਼ ਆ ਗਿਆ ਅੰਗਰੇਜ਼ੀ ਦਾ ਕੌਨਸੀਕੁਐਂਸਿਸ, ਉਹਦਾ ਤੁਹਾਨੂੰ ਭਰਨਾ ਪਏਗਾ ਹਰਜਾਨਾ, ਕਿਉਂਕਿ ਅੱਜ ਤੇ ਤੁਹਾਨੂੰ ਮਿਲਦਾ ਪਿਆ, ਪਰ ਲੈਣੇ ਦੇ ਦੇਣੇ ਨਾ ਪੈ ਜਾਣ। ਸੋ ਪਲੀਜ਼ ਟੇਕ ਕੇਅਰ, ਕਿਉਂਕਿ ਇਹ ਬੈਨੀਫਿਟਸ ਜਿਹੜੇ ਆਏ ਨੇ ਇਹ ਕੰਟੀਨਿਊਡ ਨੇ, ਅਗਲੇ 5-6 ਮਹੀਨੇ ਲਈ ਤੁਹਾਡੇ ਕੋਲ ਹੈਗੇ ਆ। ਜੇ 26 ਹਫ਼ਤੇ ਹੋਏ 6 ਚੌਕਾ 24 6 ਮਹੀਨੇ ਲਈ ਹੈਗੇ ਆ, ਪਰ ਇਹਨਾਂ ਨੂੰ ਰਸ਼ ਨਾ ਕਰਨਾ ਲੈਣ ਲੱਗੇ, ਇਹਨਾਂ ਨੂੰ ਸੋਚ ਸਮਝ ਕੇ ਲੈਣਾ। ਜੇ ਤੁਸੀਂ ਕੁਆਲੀਫਾਈ ਕਰਦੇ ਹੋ ਜ਼ਰੂਰ ਲਓ, ਪਰ ਜੇ ਕੁਆਲੀਫਾਈ ਨਹੀਂ ਕਰਦੇ ਪਲੀਜ਼ ਡੋਂਟ। ਜਿਵੇਂ ਸਬ ਬੈਨੀਫਿਟਸ ਵਾਲੇ ਵੀ ਇਹ ਸਭ ਕੁਝ ਹੋਇਆ ਸੀ ਕਿ ਕੰਪਨੀਆਂ ਬੁਲਾਉਣਾ ਚਾਹੁੰਦੀਆਂ ਸੀ, ਪਰ ਕੋਵਿਡ ਦੇ ਡਰ ਤੋਂ EMPLOYE ਖੁਦ ਨਹੀਂ ਜਾਣਾ ਚਾਹੁੰਦੇ ਸੀ। ਉਹਨਾਂ ਦਾ ਕਹਿਣਾ ਸੀਗਾ ਕਿ ਕਰੋਨਾ ਵਾਇਰਸ ਸਾਨੂੰ ਨਾ ਹੋ ਜਾਵੇ ਜਾਂ ਉੱਥੇ ਸੋਸ਼ਲ ਡਿਸਟੈਂਸਿੰਗ ਨਹੀਂ ਰੱਖੀ ਜਾ ਸਕਦੀ, ਇਸ ਲਈ ਅਸੀਂ ਨਹੀਂ ਜਾਣਾ ਚਾਹੁੰਦੇ। ਉਸ ਟਾਈਮ ਵੀ ਉਹਨਾਂ ਨੇ ਬੈਨੀਫਿਟਸ ਲਈ ਅਪਲਾਈ ਕੀਤਾ ਸੀ, ਜਦਕਿ ਵਲੰਟੀਅਰਲੀ ਉਹਨਾਂ ਨੇ ਖੁਦ ਕੁਇਟ ਕੀਤੀਆਂ ਸੀ। ਜੀ, ਉਹ ਗੱਲ ਇਹ ਹੈਗੀ ਨਾ, ਫਿਰ ਉੱਥੇ ਆ ਜਾਂਦੀ ਗੱਲ ਕਿ ਕੀ ਮੈਂ ਵੋਲੰਟਰੀਲੀ ਕੁਇਟ ਕੀਤਾ ਜਾਂ ਕੋਵਿਡ ਕਰਕੇ ਮੇਰੇ ਕੰਮ ਨੂੰ ਬੰਦ ਕੀਤਾ ਗਿਆ। ਜੇ ਤੇ ਕੋਵਿਡ ਦੀ ਰਿਸਪੌਂਸਿਬਿਲਿਟੀ ਹੈ, ਆਮ ਓਕੇ, ਪਰ ਜੇ ਮੈਂ ਆਪਣੀ ਮਰਜ਼ੀ ਨਾਲ ਨਹੀਂ ਕਰਨਾ ਚਾਹੁੰਦਾ, ਨਹੀਂ ਜਾਣਾ ਚਾਹੁੰਦਾ, that is up to me। ਪਰ ਦੂਸਰੇ ਬੰਨੇ ਜਦੋਂ CERB ਆਈ ਸੀ, ਸਰਵ ਆਇਆ ਸੀਗਾ, ਉਸ ਵੇਲੇ ਇਹ 'ਚ ਫਿਰ ਗ੍ਰੇ ਏਰੀਆ ਸੀ ਵੀ ਮੈਂ ਹਾਲੇ, ਉਹ ਬਾਰ-ਬਾਰ ਗਵਰਨਮੈਂਟ ਵੀ ਕਹਿੰਦੇ ਇਫ ਯੂ ਡੋਂਟ ਫੀਲ ਸੇਫ ਯੂ ਕੈਨ ਸਟੇ ਹੋਮ, ਇਹ ਕਹਿੰਦੀ ਸੀ ਗਵਰਨਮੈਂਟ, ਪਰ ਅੱਜ ਸਿਚੁਏਸ਼ਨ ਹੋਰ ਹੈ। ਸੋ ਅੱਜ ਤੁਸੀਂ, ਤੁਹਾਡੇ ਕੋਲ ਇਹ ਡਿਸਕ੍ਰੈਸ਼ਨ ਨਹੀਂ ਹੈ। ਅਸੀਂ ਮੇਰੇ ਖਿਆਲ ਪਿਛਲੇ ਪ੍ਰੋਗਰਾਮ 'ਚ ਥੋੜਾ ਜਿਹਾ ਇਸ ਨੂੰ ਟੱਚ ਕੀਤਾ ਸੀ ਕਿ ਹੋਇਆ ਕਿ ਜਿਹੜੇ ਉਹ ਲੋਕ ਨਹੀਂ ਗਏ ਕੰਮਾਂ ਤੇ, ਜਿਹੜੇ ਵੀ ਹੋਰ ਸਨ ਕੰਮਾਂ ਵਾਲੇ, ਉਹਨਾਂ ਤੇ ਬੰਦਾ ਰੱਖ ਲਿਆ। ਹੁਣ ਜਦੋਂ ਮੈਂ ਤਿਆਰ ਹਾਂ, ਕੰਮ ਤੇ ਜਾਣ ਨੂੰ ਤਿਆਰ ਹਾਂ, ਮੈਂ ਕੰਮ ਤੇ ਜਾਣਾ ਹੈ, ਪਰ ਅੱਗੇ ਮੇਰੀ ਜੌਬ ਨਹੀਂ ਹੈਗੀ। ਸੋ ਇਹਦੀ ਜਿਹੜੀ ਆਫਟਰ ਮੈਥ ਹੈ, ਇਸ ਤੋਂ ਬਾਅਦ ਕੀ ਹੋਣਾ ਹੈ, ਉਹ ਹਾਲੇ ਵੀ ਬੜਾ, ਮੈਂ ਤੇ ਕਹਾਂ ਡਰਾਉਣਾ ਹੀ ਹੈ ਮੇਰੇ ਹਿਸਾਬ ਨਾਲ। ਕਿਉਂ? ਕਿਉਂਕਿ ਫਾਈਨੈਂਸ਼ੀਅਲ ਕੰਮ ਹੈ ਸਾਡਾ। ਜੀ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਜੁੜ ਗਏ ਨੇ। ਹੈਲੋ, ਮੈਨੂੰ ਵੀ ਪੁੱਛ ਰਿਹਾ ਸੀ ਜਿੱਦਾਂ ਹੁਣ 1000 ਰੁਪਏ ਤੋਂ ਘੱਟ ਕੰਮ ਹੁੰਦਾ ਹਾਲੇ ਜੀ, ਉਹਨੂੰ ਵੀ ਇਹ ਲਾਭ ਕੁਝ ਮਿਲੇਗਾ ਜੀ? ਹਾਂਜੀ, ਜ਼ਰੂਰ ਮਿਲੇਗਾ ਜੀ, ਜ਼ਰੂਰ ਮਿਲੇਗਾ। ਜੇ 1000 ਤੋਂ ਥੱਲੇ ਦਾ ਤੁਹਾਡਾ ਹੈਗਾ, ਤੁਸੀਂ ਜਿਹੜਾ ਹੁਣ ਨਵਾਂ ਜਿਹੜਾ CRB ਆਇਆ ਹੈ, ਤੁਸੀਂ ਸਰਟਨਲੀ ਉਹਦੀ ਕੁਆਲੀਫਾਈ ਕਰ ਸਕਦੇ। ਪਰ ਇੱਕ ਗੱਲ ਦਾ ਖਿਆਲ ਰੱਖਣਾ ਕਿ ਤੁਹਾਨੂੰ ਉਹਦਾ ਪ੍ਰੂਫ ਦੇਣਾ ਪੈਣਾ ਕਿ ਮੇਰਾ, ਇਹ ਨਹੀਂ ਕਿ ਵੀ ਮੈਂ ਨਹੀਂ ਗਿਆ, ਮੇਰੇ ਕੋਲ ਕੰਮ ਨਹੀਂ ਹੈਗਾ, ਜਾਂ ਕੋਈ ਮੇਰੇ ਕੋਲੋਂ ਮੈਂ ਜਾਣ ਕੇ 1000 ਤੋਂ ਥੱਲੇ ਰੱਖਾਂ, ਉਹਨਾਂ ਨੇ ਫੜ ਲੈਣਾ ਸਾਨੂੰ। ਸੋ ਇਸ ਲਈ ਇਹ ਤੇ ਜੈਨੂਇਨ ਹੋਵੇ ਤੇ ਜ਼ਰੂਰ ਲੈ ਲਓ। ਅੱਛਾ, ਉਹ ਫਿਰ ਉਹਨੂੰ ਪ੍ਰੂਫ ਨਾ ਲਿਆ ਕੇ ਦੇਣਾ ਪੈਣਾ ਮਾਲਕਾਂ ਨੂੰ ਜੀ? ਹਾਂਜੀ, ਬਿਲਕੁਲ ਜੀ। ਜਿਹੜਾ ਵੀ ਕੰਮ ਕਰਦੇ ਹੋ, ਜੇ ਤੁਸੀਂ ਸੈਲਫ ਇੰਪਲੋਇਡ ਹੋ ਤਾਂ ਵੀ ਪ੍ਰੂਫ ਚਾਹੀਦਾ ਹੈ, ਜੇ ਜੌਬ ਕਰਦੇ ਹੋ ਤਾਂ ਵੀ ਪ੍ਰੂਫ ਚਾਹੀਦਾ। ਤੁਹਾਡੀਆਂ ਪੇ ਸਟੱਬ ਹੋਣਗੀਆਂ, ਜਾਂ ਤੁਹਾਨੂੰ ਜੋ ਵੀ ਤਨਖਾਹ ਮਿਲ ਰਹੀ ਹੈ ਉੱਥੋਂ ਪਤਾ ਲੱਗ ਜਾਏਗਾ ਸਾਨੂੰ ਇਹ ਕੀ ਹੈਗਾ। ਅੱਛਾ, ਉਹ ਮੈਨੂੰ ਕੋਰਾ ਚ ਜੀ 3 ਘੰਟੇ ਕੰਮ ਦਿੰਦੇ, ਹਫ਼ਤੇ ਦਾ 15 ਘੰਟੇ ਕੰਮ ਦਿੰਦੇ ਆ। ਕੋਰਾ ਚੋਂ ਭਾਂਡੇ
ਭਾਂਡੇ ਡਿਸ਼ਵੋਸ਼ ਆਇਆ ਜਿਹੜੇ 12 ਵਜੇ ਜਮ੍ਹਾਂ ਹੋ ਜਾਂਦੇ ਭਾਂਡੇ ਉਸ ਵੇਲੇ ਮੈਨੂੰ ਬੁਲਾ ਲੈਂਦੇ ਆ ਜੀ 2-3 ਘੰਟੇ ਲਾਉਂਦੇ। ਦੇਖੋ ਜੇ ਕੋਰਾ ਵਾਲੇ ਕਰਦੇ ਨੇ ਤੇ ਉਹ ਤੇ ਤੁਹਾਨੂੰ ਬਕਾਇਦਾ ਉਹਦੀ ਸਪੇਸ ਸਟਾਪ ਦਿੰਦੇ ਹੋਣੇ ਆ ਤਨਖਾਹ ਦੀ 3 ਘੰਟੇ ਦੀ। ਹਾਂਜੀ ਉਹ ਤਾਂ ਮੇਰੇ ਮੋਬਾਈਲ 'ਚ ਆਉਂਦੇ ਆ ਜੀ। ਬਸ ਉਹ ਹੈਗੀ ਹੈ ਤੇ ਫਿਰ ਯੂਰ ਓਕੇ ਦੈਨ ਯੂਰ ਓਕੇ। ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਤੇ ਇੱਕ ਹੋਰ ਦਰਸ਼ਕ ਸਾਡੇ ਨਾਲ ਇਸ ਵਕਤ ਸਕਰੀਨ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ, ਉਹਨਾਂ ਦਾ ਵੀ ਅਸੀਂ ਕਾਲ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਮ। ਹਾਂਜੀ ਸਰ, ਮੈਂ ਇਹ ਪੁੱਛਣਾ ਸੀਗਾ ਵੀ ਮੈਂ ਇਹ ਬੈਨੀਫਿਟ ਲੈ ਸਕਦੀ ਹਾਂ? ਮੇਰਾ ਬੇਬੀ 4 ਮੰਥ ਦਾ ਹੈ ਜੀ। ਹਾਂਜੀ, ਤੁਸੀਂ 4 ਮੰਥ ਦਾ ਬੇਬੀ, ਤੁਸੀਂ ਪਹਿਲਾਂ ਕੰਮ ਕਰਦੇ ਸੀਗੇ? ਨਹੀਂ ਸਰ, ਮੈਂ ਪਹਿਲਾਂ ਕੰਮ ਕੀਤਾ ਸੀ। ਆਈ ਥਿੰਕ ਮੈਂ ਜਿਹੜੇ CRB ਸੀਗੇ 2 ਲਈਆਂ ਸੀਗੇ, ਉਸ ਤੋਂ ਬਾਅਦ ਮੈਂ ਲਈਆਂ ਨਹੀਂ ਸੀਗੀਆਂ ਕੋਈ ਵੀ। ਉਹ ਕਿਉਂ ਨਹੀਂ ਲਈ ਤੁਸੀਂ? ਫਿਰ ਮੈਂ ਲਈ ਨਹੀਂ ਸੀਗੀ ਤੇ ਫਿਰ ਮੇਰੇ ਹਸਬੰਡ ਘਰੇ ਰਹਿੰਦੇ ਸੀਗੇ ਤੇ ਫਿਰ ਉਹ ਲੈਂਦੇ ਸੀਗੇ ਜੀ। ਅੱਛਾ ਜੀ। ਤੇ ਹਾਂਜੀ, ਕਿਉਂਕਿ ਫਿਰ ਉਦੋਂ ਉਹਨਾਂ ਨੇ ਕੰਮ ਨਹੀਂ ਕੀਤਾ ਸੀਗਾ ਤਾਂ। ਹੁਣ ਤੁਹਾਡਾ ਬੇਬੀ 4 ਮਹੀਨੇ ਦਾ, ਤੁਸੀਂ ਮੈਟਰਨਿਟੀ ਲੀਵ ਤੇ ਹੋ? ਨਹੀਂ ਸਰ, ਮੈਂ ਕੁਛ ਨਹੀਂ ਲੈ ਰਹੀ। ਤੇ ਤੁਸੀਂ ਇਸ ਦਾ ਮਤਲਬ ਪਹਿਲਾਂ ਕਦੀ ਕੰਮ ਹੀ ਨਹੀਂ ਕੀਤਾ? ਨਹੀਂ, ਮੈਂ ਪਹਿਲਾਂ ਕੀਤਾ ਸੀਗਾ ਜੀ। ਮੇਰਾ ਉਦੋਂ 54 ਸੀਗਾ ਤੇ ਜਦੋਂ ਮੈਂ ਉਹ ਅਪਲਾਈ ਕੀਤਾ ਸੀਗਾ CRB ਜੀ। ਜੀ ਜੀ ਜੀ। तो ਕਿਹੜੇ ਸਾਲ 'ਚ ਤੁਸੀਂ ਲਾਸਟ ਕੰਮ ਕੀਤਾ? ਮੈਂ 2018 ਚ ਕੀਤਾ ਹੋਇਆ ਸੀਗਾ ਜੀ। ਕਿੰਨੇ ਕੁ ਦਾ? ਉਦੋਂ ਮੇਰਾ ਜੀ ਟੈਕਸ ਜਿਹੜਾ ਸੀਗਾ ਉਹ $5400 ਦਾ ਬਣ ਗਿਆ ਸੀਗਾ ਤੇ ਮੈਨੂੰ CRB 2 ਮਿਲ ਗਈਆਂ ਸੀਗੀਆਂ। ਠੀਕ ਹੈ ਜੀ। ਦੇਖੋ ਇਸ ਤਰ੍ਹਾਂ ਮੈਂ ਤੁਹਾਨੂੰ ਇਹ ਸੁਜੈਸਟ ਕਰਾਂਗਾ ਕਿ ਤੁਸੀਂ ਆਪਣੇ ਅਕਾਊਂਟੈਂਟ ਸਾਹਿਬ ਨਾਲ ਗੱਲ ਕਰਕੇ ਨਾ ਇੱਕ ਵਾਰੀ ਉਹਨਾਂ ਨੂੰ ਇਸ ਚੀਜ਼ ਨੂੰ ਰਿਵਿਊ ਕਰ ਲੈਂਦੇ ਹੋ, ਕਿਉਂਕਿ ਜੇ 4 ਮਹੀਨੇ ਦਾ ਬੱਚਾ ਹੈ ਤੇ ਜ਼ਰੂਰੀ ਗੱਲ ਹੈ ਤੁਹਾਨੂੰ ਟੇਕ ਕੇਅਰ ਉਹਦੀ ਬੱਚੇ ਦੀ ਕਰਨੀ ਪੈਣੀ ਹੈ। ਠੀਕ ਹੈ। ਹੁਣ ਜਾਂ ਤੇ ਇਹਦੇ 'ਚ ਪ੍ਰੋਵੀਜ਼ਨ ਹੁੰਦਾ ਜਾਂ ਤੇ ਤੁਹਾਨੂੰ ਮੈਟਰਨਿਟੀ ਲੀਵ ਮਿਲਦੀ ਹੋਵੇ ਤਾਂ ਤੁਸੀਂ ਓਕੇ ਹੋ, ਕਿਉਂਕਿ ਉਸ ਟਾਈਮ ਲਈ ਤੁਸੀਂ ਕਵਰ ਕਰਦੇ ਹੋ। ਠੀਕ ਹੈ। ਬਾਕੀ ਦੂਸਰੇ ਬੰਨੇ ਫਿਰ ਵੀ ਮੈਂ ਚਾਹਾਂਗਾ ਕਿ ਤੁਸੀਂ ਇੱਕ ਵਾਰੀ ਆਪਣੇ ਅਕਾਊਂਟੈਂਟ ਸਾਹਿਬ ਨੂੰ ਮਿਲ ਕੇ ਜ਼ਰੂਰ ਉਹਨਾਂ ਨਾਲ ਡਿਸਕਸ ਕਰ ਲਓ। ਬਾਕੀ ਜਿਵੇਂ ਮੈਂ ਅੱਗੇ ਕਹਿ ਕੇ ਹਟਿਆ, ਇਹਦੀ ਕਾਹਲੀ ਨਾ ਕਰੋ ਕਿਉਂਕਿ ਅਸੀਂ ਅਗਲੇ ਸਾਲ ਤੱਕ ਅਪਲਾਈ ਕਰ ਸਕਦੇ ਹਾਂ। ਸੋ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਆਪਾਂ ਦੇਖ ਲਈਏ, ਇਸ ਚੀਜ਼ ਨੂੰ ਸਮਝ ਲਈਏ ਕਿ ਡੂ ਆਈ ਕੁਆਲੀਫਾਈ। ਜੇ ਕਰਦੇ ਹੋਵੋਗੇ ਭਾਵੇਂ 2 ਮਹੀਨੇ ਬਾਅਦ ਵੀ ਕਰਾਂਗੇ, ਪੈਸੇ ਮਿਲ ਜਾਣਗੇ ਸਾਨੂੰ। ਜੀ ਓਕੇ ਸਰ। ਥੈਂਕ ਯੂ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਜੀ ਗੱਲ ਕਰਨ ਲਈ। ਸਰ ਇਸ ਦੇ ਬਾਰੇ ਆਪਾਂ ਡਿਸਕਸ਼ਨ ਕਰਾਂਗੇ। ਇੱਕ ਛੋਟੇ ਜਿਹੇ ਬ੍ਰੇਕ ਦਾ ਸਮਾਂ ਹੋ ਗਿਆ, ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ। ਸੋ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ ਜੀ। ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਵਾਂਗੇ ਤੇ ਜਿਹੜੇ ਇਸ ਵਕਤ ਰਿਕਵਰੀ ਬੈਨੀਫਿਟਸ ਦੀ ਗੱਲ ਹੋ ਰਹੀ ਹੈ ਇਹਦੇ ਬਾਰੇ ਵਿੱਚ ਡਿਟੇਲ ਦੇ ਵਿੱਚ ਜਾਣਕਾਰੀ ਲਵਾਂਗੇ। ਜੇ ਤੁਸੀਂ ਆਪਣੇ ਬੱਚਿਆਂ ਲਈ ਜਾਂ ਆਪਣੇ ਭੈਣ ਭਰਾ ਲਈ ਜਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਲਈ ਰਿਸ਼ਤੇ ਲੱਭ ਰਹੇ ਹੋ ਤੇ ਸਾਡਾ ਪ੍ਰੋਗਰਾਮ ਦੇਖੋ ਵਿਚੋਲਾ ਹਰ ਰੋਜ਼ ਹਮਦਰਦ ਟੀਵੀ ਤੇ। ਜੇ ਕਿਸੇ ਵੀ ਕਾਰਨ ਕਰਕੇ ਤੁਹਾਡਾ ਪ੍ਰੋਗਰਾਮ ਦੇਖਣੋਂ ਰਹਿ ਜਾਂਦਾ ਹੈ ਤਾਂ ਤੁਸੀਂ YouTube ਤੇ ਜਾ ਕੇ ਹਮਦਰਦ ਮੀਡੀਆ ਗਰੁੱਪ ਦੇ ਪੇਜ ਤੇ ਵਿਚੋਲਾ ਪ੍ਰੋਗਰਾਮ ਦੇਖ ਸਕਦੇ ਹੋ। ਸਾਡੇ ਨਾਲ ਸੰਪਰਕ ਕਰਨ ਵਾਸਤੇ ਸਾਨੂੰ ਕਾਲ ਕਰੋ 9057919999 ਤੇ। ਟੈਲੀ ਟਾਕ ਅੱਜ ਦੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਤੁਹਾਡਾ ਟੈਲੈਂਟ ਕਿਉਂ ਰਹੇ ਪਿੱਛੇ? ਟਿਕਟੌਕ ਨਹੀਂ ਤਾਂ ਟੈਲੀ ਟਾਕ ਹੀ ਸਹੀ। ਜੀ ਹਾਂ, ਬਿਲਕੁਲ ਠੀਕ ਸੁਣਿਆ, ਟੈਲੀ ਟਾਕ ਐਂਡਰੋਇਡ ਦੇ ਨਾਲ ਐਪਲ ਫੋਨਸ ਦੇ ਵਿੱਚ ਵੀ ਆ ਚੁੱਕੀ ਹੈ, ਜਿਸ ਵਿੱਚ ਨੇ ਬਿਲਕੁਲ ਟਿਕਟੌਕ ਵਰਗੇ ਫੀਚਰਸ ਜਿਵੇਂ ਕਿ ਸ਼ਾਰਟ ਵੀਡੀਓ ਅਪਲੋਡਿੰਗ, ਵੀਡੀਓ ਸ਼ੇਅਰਿੰਗ, ਇਮੇजेस ਸ਼ੇਅਰਿੰਗ। ਫੇਸਬੁੱਕ ਦੀ ਤਰ੍ਹਾਂ ਹੀ ਆਪਣੇ ਮਨਪਸੰਦ ਲੋਕਾਂ ਨੂੰ ਕਰੋ ਫੋਲੋ। ਰਿਕਾਰਡ ਔਨ ਕੈਮਰਾ। ਟਿਕਟੌਕ ਦੀ ਤਰ੍ਹਾਂ ਹੀ ਟੈਲੈਂਟ ਸੈਕਸ਼ਨ। ਇੰਡੀਆ ਦੀ ਨੰਬਰ 1 ਐਪ। ਲਾਈਵ ਵੀਡੀਓਜ਼। ਯੂਜ਼ਰਸ ਆਪਣਾ ਵੀਡੀਓ ਖੁਦ ਬਣਾ ਸਕਦੇ ਨੇ। ਸੋ ਅੱਜ ਹੀ ਆਪਣੇ ਐਂਡਰੋਇਡ ਜਾਂ ਫਿਰ ਐਪਲ ਫੋਨਸ ਦੇ ਵਿੱਚ ਡਾਊਨਲੋਡ ਕਰੋ ਟੈਲੀ ਟਾਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 647 710 8300। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਪੈਸਾ ਤੇਲਾ ਪ੍ਰੋਗਰਾਮ ਦੇ ਵਿੱਚ ਰਿਕਵਰੀ ਬੈਨੀਫਿਟਸ ਜੋ ਸਰਕਾਰ ਨੇ ਨਵੇਂ ਐਲਾਨੇ ਨੇ। ਸੋ ਇਹਨਾਂ ਬਾਰੇ ਤੁਹਾਡਾ ਕੋਈ ਸਵਾਲ ਹੈ ਸਾਨੂੰ ਕਾਲ ਕਰ ਸਕਦੇ ਹੋ। ਅਰਵਿੰਦਰ ਕਲਸੀ ਜੀ ਤੁਹਾਡੇ ਸਵਾਲਾਂ ਦੇ ਵਿੱਚ ਜਵਾਬ ਦੇਣਗੇ, ਨਾਲ ਸਾਨੂੰ ਬਹੁਤ ਵਧੀਆ ਗਾਈਡ ਵੀ ਕਰ ਰਹੇ ਨੇ। ਸਰ ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਜੀ ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਬ੍ਰਹਮਪੁਰ ਤੋਂ ਗੱਲ ਕਰਦੀ ਹਾਂ। ਹਾਂਜੀ ਮੈਮ। ਐਕਚੁਅਲੀ ਮੈਂ ਪੁੱਛਣਾ ਸੀਗਾ, ਮੇਰੇ ਹਸਬੰਡ ਜਿੱਦਾਂ ਲਾਸਟ ਦੇ ਨੰਬਰ 'ਚ ਉਹਨਾਂ ਨੂੰ ਲੇ ਆਫ ਹੋ ਗਈ ਸੀ, ਜਿੱਦਾਂ ਉਹਨਾਂ ਨੂੰ ਟੈਂਪਰੇਰੀਲੀ ਲੇ ਆਫ ਹੁੰਦੇ ਨੇ ਐਵਰੀ ਈਅਰ, ਰਾਈਟ? ਉਹਨਾਂ ਦੀ ਕੰਪਨੀ ਕਰਦੀ ਹੈ ਲਾਈਕ ਅੰਟਲ ਮਾਰਚ ਨਵੰਬਰ ਟੂ ਅੰਟਲ ਨੈਕਸਟ ਈਅਰ ਮਾਰਚ, ਐਂਡ ਦੈਨ ਆਫਟਰ ਉਹਨਾਂ ਦੇ ਬੈਨੀਫਿਟ ਸਟਾਰਟ ਹੋ ਗਏ ਸੀਗੇ ਕਿਉਂਕਿ ਉਹਨਾਂ ਦੀ ਕੰਪਨੀ ਓਪਨ ਹੀ ਨਹੀਂ ਹੋਈ ਇਸ ਸਾਲ 'ਚ, ਹਲੇ ਵੀ ਉੱਥੇ ਚੱਲ ਕੰਮ ਸਲੋ ਆ। ਜਿੱਦਾਂ ਉਹ ਐਲੀਜੀਬਲ ਹੈਗੇ ਆ ਰਿਕਵਰੀ ਬੈਨੀਫਿਟ ਲਈ, ਮੈਂ ਇਹੀ ਪੁੱਛਣਾ ਸੀ। ਦੇਖੋ ਭੈਣ ਜੀ, ਗੱਲ ਇਹ ਕਿ ਉਹਨਾਂ ਦੀ ਕੰਪਨੀ ਨੇ ਉਹਨਾਂ ਨੂੰ ਬੁਲਾਇਆ ਵਾਪਸ?
ਨਹੀਂ, ਉਹਨਾਂ ਨੇ ਬੁਲਾਇਆ ਨਹੀਂਗਾ, ਉਹਨਾਂ ਨੇ ਕਾਲ ਹੀ ਨਹੀਂ ਕੀਤੀ। ਅੱਛਾ ਜੀ, ਇਹਨਾਂ ਨੇ ਆਪ ਅਪਰੋਚ ਕੀਤਾ ਕੰਪਨੀ ਨੂੰ ਕਿ ਜੀ ਮੇਰੇ ਕੰਮ ਦੀ ਕੀ ਪੋਜੀਸ਼ਨ ਹੈ? ਹਾਂਜੀ, ਇਹਨਾਂ ਨੇ ਕੀਤਾ ਸੀ। ਉਹ ਕਹਿੰਦੇ ਹਲੇ ਸਾਡੇ ਕੋਲ ਸਟਿਲ ਸ਼ਾਰਟੇਜ ਹੈ। ਚਲੋ, ਜੇ ਸ਼ਾਰਟੇਜ ਹੈ ਫਿਰ ਉਹ ਜ਼ਰੂਰ ਕੁਆਲੀਫਾਈ ਕਰ ਸਕਣਗੇ, ਕਿਉਂਕਿ ਜਦੋਂ ਸਾਡੇ EI ਬੈਨੀਫਿਟਸ ਪਹਿਲੇ ਖਤਮ ਹੋ ਗਏ ਨੇ, ਇਹ ਜਿਹੜਾ ਹੁਣ ਨਵਾਂ ਬੈਨੀਫਿਟ ਆਇਆ ਹੈ ਉਹਦੇ ਲਈ ਅਵੇਲੇਬਲ ਹੈ, ਬਸ਼ਰਤੇ ਜੇ ਸਾਨੂੰ ਕੰਮ ਨਹੀਂ ਮਿਲ ਰਿਹਾ ਕੋਵਿਡ ਕਰਕੇ। ਤੇ ਜੇ ਸੌਰੀ ਆਈ ਡਿਸਟਰਬ। ਨਹੀਂ, ਕੋਈ ਗੱਲ ਨਹੀਂ, ਬੋਲੋ। ਹਾਂਜੀ, ਉਹਨਾਂ ਦੀ ਜਿੱਦਾਂ ਲੇਆਫ ਮਾਰਚ 'ਚ ਖਤਮ ਹੋ ਗਈ ਸੀਗੀ ਜਾਂ ਰਾਈਟ 2020 'ਚ, ਫਿਰ ਉਹਨਾਂ ਨੂੰ CRB ਬੈਨੀਫਿਟ ਮਿਲੇ ਸੀਗੇ ਰਾਈਟ। ਹਲੇ ਸਟਿਲ ਉਹਨਾਂ ਨੂੰ ਕਾਲ ਨਹੀਂ ਆਈ ਕੰਪਨੀ ਤੋਂ। ਉਹਨਾਂ ਨੇ ਫਿਰ ਵੀ ਪੁੱਛਿਆ, ਉਹ ਕਹਿੰਦੇ ਹਲੇ ਸਟਿਲ ਹੈ ਨਹੀਂ ਉਹਨਾਂ ਕੋਲ ਕੰਮ। ਕੋਈ ਗੱਲ ਨਹੀਂ, ਘਬਰਾਉਣ ਦੀ ਗੱਲ ਨਹੀਂ, ਕਿਉਂਕਿ CERB ਜਿਨ੍ਹਾਂ ਦੀ ਹੁਣ ਖਤਮ ਹੋ ਗਈ ਹੈ, ਠੀਕ ਹੈ ਜੀ, ਉਹਨਾਂ ਲਈ ਇਹ ਬੈਨੀਫਿਟਸ ਅਵੇਲੇਬਲ ਹੋਣਗੇ। ਪਰ ਮੈਂ ਫਿਰ ਤਕੀਦ ਕਰਾਂਗਾ ਕਿ ਇਹਦੇ ਲਈ ਕਾਹਲੀ ਨਾ ਕਰਨਾ, ਆਪਣੇ ਇੱਕ ਵਾਰੀ ਅਕਾਊਂਟੈਂਟ ਨੂੰ ਮਿਲ ਕੇ ਉਹਨਾਂ ਨਾਲ ਜ਼ਰੂਰ ਗੱਲ ਕਰਨਾ, ਕਿਉਂਕਿ ਇਹ ਜਿਹੜੇ ਬੈਨੀਫਿਟਸ ਅਸੀਂ ਅੱਜ ਜਿਹੜੇ ਸ਼ੁਰੂ ਹੋਏ ਨੇ, ਇਹ ਅਸੀਂ 25 ਸਤੰਬਰ 2021 ਤੱਕ ਅਪਲਾਈ ਕਰ ਸਕਦੇ ਹਾਂ। ਸੋ ਕਹਿਣ ਦਾ ਮਤਲਬ ਜੇ ਅਸੀਂ ਲੇਟ ਵੀ ਹੋ ਜਾਂਦੇ ਆ ਨਾ, ਇਹਦਾ ਇਹ ਮਤਲਬ ਨਹੀਂ ਕਿ ਮੇਰਾ ਹੱਕ ਚਲਾ ਗਿਆ। ਤੁਹਾਨੂੰ ਪੈਸੇ ਜ਼ਰੂਰ ਮਿਲਣਗੇ, ਪਰ ਬੜਾ ਸੋਚ ਸਮਝ ਕੇ ਕਰਨਾ, ਕਿਉਂਕਿ ਇਹ ਜਿਹੜੇ 3 ਬੈਨੀਫਿਟ ਨੇ ਬੜੇ ਡੈਲੀਕੇਟ ਨੇ, ਯਾਨੀ ਬੜੇ ਨਾਜ਼ੁਕ ਨੇ। ਸੋ ਇਹਨਾਂ 'ਚ ਕੋਈ ਇਹ ਗਲਤੀ ਨਾ ਹੋਵੇ ਕਿ ਜਿਹਦੇ ਕਰਕੇ ਸਾਨੂੰ ਕੋਈ ਨੂੰ ਪਰੇਸ਼ਾਨੀ ਖੜੀ ਹੋਵੇ। ਜੀ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਤੇ ਸਰ ਆਲਮੋਸਟ ਹੁਣ ਰਿਕਵਰੀ ਬੈਨੀਫਿਟਸ ਨੂੰ ਲੈ ਕੇ ਜਿਹੜੀਆਂ ਕਾਲਸ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ। ਸੋ ਇੱਕ ਕਾਲਰ ਸਾਡੇ ਨਾਲ ਹੋਰ ਜੁੜ ਚੁੱਕੇ ਸਨ, ਅਸੀਂ ਮਾਫੀ ਚਾਹਾਂਗੇ ਜੀ ਤੁਹਾਡਾ ਅਸੀਂ ਕਾਲ ਨਹੀਂ ਅਟੈਂਡ ਕਰ ਪਾਏ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਜੀ ਸਰ, ਕੀ ਕਹਿਣਾ ਚਾਹੋਗੇ? ਜੀ, ਸੋ ਮੈਂ ਹੁਣ ਜਿਸ ਤਰ੍ਹਾਂ ਇਹਨਾਂ ਨੇ ਭੈਣ ਜੀ ਨੇ ਮੈਨੂੰ ਪੁੱਛਿਆ ਇਹ ਗੱਲ, ਸਿਰਫ ਮਕਸਦ ਇਹੋ ਹੀ ਹੈਗਾ ਕਿ ਜਿਸ ਤਰ੍ਹਾਂ ਹੁਣ ਉਹਨਾਂ ਦੀ ਸਿਚੁਏਸ਼ਨ ਸੀਗੀ ਕਿ ਉਹ CERB ਲਈ ਕੁਆਲੀਫਾਈ ਕਰਦੇ ਸੀ, ਉਹ ਹੁਣ CERB ਖਤਮ ਹੋ ਗਈ। ਹੁਣ ਜਦੋਂ EI ਕਿਕ ਇਨ ਹੋਣੀ ਹੈ, ਹੁਣ ਉਹਨਾਂ ਦੇ ਘੰਟਿਆਂ ਦੀ ਗੇਮ ਆ ਜਾਣੀ ਹੈ ਕਿ ਉਹਨਾਂ ਕੋਲ ਕਿੰਨੇ ਘੰਟੇ ਸੀਗੇ। ਅੱਗੇ ਆਲਮੋਸਟ 300 ਪਲੱਸ ਘੰਟਾ ਸੀ, ਹੁਣ ਉਹਨਾਂ ਨੇ ਰਿਡਿਊਸ ਕਰਕੇ 162 ਘੰਟੇ ਕੀਤੇ ਨੇ। ਜੇ 162 ਘੰਟੇ ਦੇ ਅੰਦਰ ਉਹ ਕੁਆਲੀਫਾਈ ਕਰਦੇ ਹੋਏ, ਹੀ ਵਿਲ ਗੈਟ ਦ ਮਨੀ, ਉਹ 'ਚ ਕੋਈ ਪਰੇਸ਼ਾਨੀ ਨਹੀਂ ਹੈਗੀ। ਪਰ ਫਿਰ ਵੀ ਮੈਂ ਜ਼ਰੂਰ ਸਾਰਿਆਂ ਨੂੰ ਕਹਾਂ, ਪਲੀਜ਼ ਆਪੋ ਆਪਣੇ ਅਕਾਊਂਟੈਂਟ ਸਾਹਿਬ ਨਾਲ ਇੱਕ ਵਾਰੀ ਜ਼ਰੂਰ ਗੱਲ ਕਰਨਾ, ਕਿਉਂਕਿ ਅਸੀਂ ਜਿਹੜੀਆਂ ਗੱਲਾਂ ਕਰ ਰਹੇ ਹਾਂ ਅਸੀਂ ਓਵਰਆਲ ਕਰ ਰਹੇ ਹਾਂ, ਯਾਨੀ ਸਮੁੱਚੇ ਤੌਰ ਤੇ ਗੱਲ ਕਰ ਰਹੇ ਹਾਂ। ਅਸੀਂ ਤੁਹਾਨੂੰ ਕਾਨੂੰਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਕਾਨੂੰਨ ਪਲੇ ਆਊਟ ਕਿਸ ਤਰ੍ਹਾਂ ਹੁੰਦਾ ਹੈ, ਪਰ ਇਹ ਕਾਨੂੰਨ ਮੇਰੇ ਕਹੇ ਤੇ ਨਹੀਂ ਚੱਲਣਾ, ਇਹ ਜਿਸ ਤਰ੍ਹਾਂ ਕਾਨੂੰਨ ਗਵਰਨਮੈਂਟ ਨੇ ਰੱਖਿਆ ਉਹਦੇ ਮੁਤਾਬਕ। ਜੀ ਬਿਲਕੁਲ, ਇੱਕ ਹੋਰ ਕਾਲਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ? ਮੈਂ ਕੈਲਗਰੀ ਤੋਂ ਬੋਲਦੀ ਹਾਂ ਜੀ। ਬੋਲੋ। ਮੈਂ ਸਕੂਲ ਬੱਸ ਨਾਲ ਕੰਮ ਕਰਦੀ ਹਾਂ। ਹਾਂਜੀ। ਤੇ ਸਕੂਲ ਉਹ ਬੰਦ ਹੋ ਗਏ ਸੀ ਤੇ ਅਸੀਂ CERB ਲੈ ਰਹੇ ਸੀ ਜੀ। ਤੇ ਹੁਣ ਮਤਲਬ ਉਹਨਾਂ ਨੇ ਹਜੇ ਸਾਨੂੰ ਬੁਲਾਇਆ ਨਹੀਂ। ਉਹ ਕਹਿੰਦੇ ਸਾਡੇ ਕੋਲ ਜਿਹੜੇ ਅਟੈਂਡੈਂਟ ਹੈ ਉਹ ਸਾਨੂੰ ਘੱਟ ਚਾਹੀਦੇ ਆ। ਜੀ ਜੀ। ਤੇ ਅਸੀਂ ਇਹ ਬੈਨੀਫਿਟ ਅੱਗੇ ਲੈ ਸਕਦੇ ਹਾਂ? ਜ਼ਰੂਰ ਲੈ ਸਕੋਗੇ ਜੀ। ਪਹਿਲੀ ਗੱਲ, ਜਿਹੜੀ ਵੀ ਕੰਪਨੀ ਸਕੂਲ ਬੱਸ ਦੀ ਸੀਗੀ, ਤੁਸੀਂ ਉਹ ਕੰਪਨੀ ਨਾਲ ਇੰਪਲੋਇਡ ਸੀਗੇ, ਠੀਕ ਹੈ ਨਾ। ਉਹ ਕੰਪਨੀ ਨੇ ਤੁਹਾਨੂੰ ਕਿਕ ਆਊਟ ਨਹੀਂ ਕੀਤਾ, ਯਾਨੀ ਤੁਹਾਨੂੰ ਕੱਢਿਆ ਨਹੀਂ ਉਹਨਾਂ ਨੇ। ਪਰ ਅੱਜ ਉਹਨਾਂ ਕੋਲ ਹਾਲੇ ਉਹਨਾਂ ਕੰਮ ਹੈ ਨਹੀਂ, ਸੋ ਤੁਸੀਂ ਜ਼ਰੂਰ ਕੁਆਲੀਫਾਈ ਕਰ ਸਕੋਗੇ CRB ਵਾਸਤੇ। ਪਰ ਅਗੇਨ, ਜਿਸ ਤਰ੍ਹਾਂ ਮੈਂ ਸਾਰਿਆਂ ਨੂੰ ਐਡਵਾਈਸ ਕਰ ਰਿਹਾ, ਤੁਸੀਂ ਇੱਕ ਵਾਰੀ ਜ਼ਰੂਰ ਆਪਣੇ ਅਕਾਊਂਟੈਂਟ ਜਿਹੜੇ ਵੀ ਤੁਹਾਡੇ ਟੈਕਸ ਵਗੈਰਾ ਭਰਦੇ ਨੇ ਉਹਨਾਂ ਨੂੰ ਜ਼ਰੂਰ ਪੁੱਛਣਾ ਕਿ ਜੀ ਮੇਰਾ ਕੀ ਸਿਚੁਏਸ਼ਨ ਹੈ, ਮੈਂ ਕਿਸ ਤਰ੍ਹਾਂ ਲੈ ਸਕਦੀ ਹਾਂ। ਔਰ ਇਹ ਗੱਲ ਦਾ ਫਿਰ ਮੈਂ ਰਿਪੀਟ ਕਰਾਂ ਕਿ ਇਹਦੀ ਕਾਹਲੀ ਨਾ ਕਰਨਾ ਕਿ ਜੇ ਮੈਂ ਸ਼ਾਇਦ ਹੁਣ ਅਪਲਾਈ ਨਾ ਕੀਤਾ ਮੈਨੂੰ ਨਹੀਂ ਮਿਲਣਗੇ। ਇਹ ਸਤੰਬਰ 25, 2021 ਤੱਕ ਅਸੀਂ ਕਦੀ ਵੀ ਅਪਲਾਈ ਕਰਕੇ ਸਾਨੂੰ ਸਾਰੇ ਦੇ ਸਾਰੇ ਪੈਸੇ ਮਿਲ ਜਾਣਗੇ, ਔਰ ਇਹ ਮੈਕਸਿਮਮ 26 ਵੀਕ ਲਈ ਮਿਲਨੇ ਆ। ਸੋ 26 ਵੀਕ ਦਾ ਜਿਹੜਾ ਤੁਹਾਡਾ ਹੈਗਾ ਟਾਈਮ, ਉਹਦੇ ਲਈ ਤੁਸੀਂ ਕੁਆਲੀਫਾਈ ਕਰੋਗੇ। ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਇੱਕ ਸਵਾਲ ਹੋਰ ਸੀ ਕਿ ਅਗਰ ਕੋਈ ਇਹ ਬੈਨੀਫਿਟ ਲੈ ਰਿਹਾ ਹੈ ਤੇ ਉਸ ਤੋਂ ਉਹਦੇ ਨਾਲ ਉਹ ਕਿੰਨੇ ਦਾ ਕੰਮ ਵੀ ਕਰ ਸਕਦਾ? ਦੇਖੋ, ਫਿਲਹਾਲ ਇਹ ਜਿਹੜਾ ਕੰਮ ਵਾਲੀ ਗੱਲ ਹੈ ਨਾ, ਉਹ ਹੈਗੀ ਸੀ ਸੈਲਫ ਇੰਪਲੋਇਡ ਵਾਸਤੇ। ਇਹਨਾਂ ਨੇ ਐਰਕੀ ਹਾਲੇ ਦੀ ਕਲੈਰਿਟੀ ਨਹੀਂ ਦਿੱਤੀ ਕਿ ਤੁਸੀਂ ਇਹ ਵੀ ਲੈ ਲਓ ਤੇ ਕੰਮ ਵੀ ਕਰੋ। ਸੋ ਪਲੀਜ਼ ਇਸ ਚੀਜ਼ ਲਈ ਫਿਰ ਮੇਰਾ ਕਹਿਣ ਦਾ ਮਕਸਦ ਬਾਰ-ਬਾਰ ਇੱਕੋ ਹੀ ਹੈ ਕਿ ਵੈਨ ਯੂ ਟਾਕ ਟੂ ਯੂਰ ਅਕਾਊਂਟੈਂਟ, ਹੀ ਇਜ਼ ਦ ਰਾਈਟ ਪਰਸਨ। ਅਸੀਂ ਓਵਰਆਲ ਗੱਲ ਦੱਸ ਰਹੇ ਤੁਹਾਨੂੰ ਕੀ ਹੈਗੀ ਹੈ, ਤੁਹਾਡੇ ਅਕਾਊਂਟੈਂਟ ਸਾਹਿਬ ਤੁਹਾਨੂੰ ਬਿਲਕੁਲ ਕਲੈਰੀਫਾਈ ਕਰ ਸਕਣਗੇ ਕਿ ਤੁਸੀਂ ਕੀ ਕਰ ਸਕਦੇ ਹੋ, ਕੀ ਨਹੀਂ ਕਰ ਸਕਦੇ। ਜੀ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ ਪ੍ਰੋਗਰਾਮ ਦੇ ਵਿੱਚ। ਸਰ ਸਰਵ ਬੈਨੀਫਿਟਸ ਜਿਵੇਂ ਇਹਨਾਂ ਦੀ ਰਿਕਵਰੀ ਬੈਨੀਫਿਟਸ ਦੀ ਗੱਲ ਹੋਈ ਹੈ, ਤੁਸੀਂ ਕਿਹਾ ਕਿ ਇਹਨਾਂ ਨੇ ਓਵਰਆਲ ਇਨਕਮ ਘਟਾ ਕੇ ਇਹਨਾਂ ਨੇ ਘੰਟਿਆਂ ਦੇ ਵਿੱਚ ਇਹਨੂੰ ਚੇਂਜ ਕਰ ਦਿੱਤਾ ਕਿ 162 ਘੰਟੇ ਇਸ ਤਰ੍ਹਾਂ ਸੀਗੇ। ਜਿਹੜੇ ਪਹਿਲੇ EI ਬੈਨੀਫਿਟ ਸੀ ਨਾ, ਉਹਦੇ ਲਈ ਆਲਮੋਸਟ 8 ਚੌਕਾ 32 320 ਘੰਟੇ ਚਾਹੀਦੇ ਹੁੰਦੇ ਸੀ ਕੁਆਲੀਫਾਈ ਕਰਨ ਲਈ। ਜੇ ਤੁਸੀਂ ਉਹਨਾਂ ਕੰਮ ਨਹੀਂ ਕੀਤਾ ਤੁਹਾਨੂੰ EI ਨਹੀਂ ਸੀ ਮਿਲਦੀ, ਪਰ ਉਹਨੂੰ ਘਟਾ ਕੇ ਉਹਨਾਂ ਨੇ 162 ਆਵਰਸ ਕਰਤੇ ਹੈ। ਜੀ ਬਿਲਕੁਲ, ਜੇ ਤੁਹਾਡੇ ਕੋਲ ਥੋੜੇ ਵੀ ਘੰਟੇ ਹੈ ਤਾਂ ਵੀ ਤੁਹਾਨੂੰ ਕੁਆਲੀਫਾਈ ਕਰ। ਜੀ ਇੱਕ ਦਰਸ਼ਕ ਸਾਡੇ ਨਾਲ ਹੋ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਬ੍ਰਹਮਪੁਰ ਤੋਂ ਬੋਲ ਰਿਹਾ ਮੈਮ। ਜੀ ਸਰ, ਕੀ ਸਵਾਲ ਹੈ ਤੁਹਾਡਾ?
ਮੈਂ ਮੇਰਾ ਸਵਾਲ ਇਹ ਹੈ ਵੀ ਮੈਂ 4 ਡੇ ਤਾਂ ਸਟੱਡੀ ਕਰਦਾ ਹੀ ਇੱਥੇ ਕੋਈ ਕੋਰਸ ਦੀ ਡਰਾਇੰਗ ਤੇ 3 ਦਿਨ ਮੇਰੀ ਵਰਕਿੰਗ ਹੈ ਇੱਥੇ ਤੇ ਮੇਰੀ ਜਿਹੜੀ ਮੈਮ ਸੈਲਰੀ ਹੈ ਉਹ $8,800 ਹੈਗੀ ਹੈ ਜਿਹੜੀ ਆਉਂਦੀ ਹੈ ਮੰਥ ਦੀ। ਤੇ ਕੀ ਮੈਂ ਇਸ ਨਵੀਂ ਸਕੀਮ ਦੇ ਅੰਦਰ ਐਲੀਜੀਬਲ ਹੈ? ਜ਼ਰੂਰ ਹੋਵੋਗੇ ਜੀ ਤੁਸੀਂ। ਐਨੀਥਿੰਗ ਲੈਸ ਦੈਨ $1,000 ਵੈਸੇ 500 ਤੋਂ ਉੱਪਰ ਹੋਣਾ ਜ਼ਰੂਰੀ ਹੈ, ਠੀਕ ਹੈ ਜੀ। ਜੇ ਤੁਸੀਂ ਹੈਗੇ ਹੋ ਯੂ ਵਿਲ ਸਰਟਨਲੀ ਕੁਆਲੀਫਾਈ, ਬਟ ਅਗੇਨ ਜਿਸ ਤਰ੍ਹਾਂ ਇਹ ਸਿਸਟਮ ਹਾਲੇ ਕੱਲ੍ਹ ਪਰਸੋਂ ਇੰਟਰੋਡਿਊਸ ਹੋਈਆਂ ਚੀਜ਼ਾਂ, ਯਾਨੀ ਅੱਜ ਬਿਲਕੁਲ ਬ੍ਰੈਂਡ ਨਿਊ ਆ। ਜਿਸ ਵੇਲੇ ਅਸੀਂ ਇਹਨੂੰ ਪ੍ਰੈਕਟੀਕਲ ਸ਼ੇਪ ਦਾਂਗੇ ਹੋ ਸਕਦਾ ਇਹਦੇ ਵਿੱਚ ਥੋੜਾ ਜਿਹਾ ਟਵੀਕ ਕੀਤਾ ਜਾਵੇ, ਦੇਖਿਆ ਜਾਵੇ ਕਿਹਨੂੰ ਕੀ ਮਿਲਣਾ ਚਾਹੀਦਾ, ਹੋ ਸਕਦਾ ਥੋੜੀ ਹੋਰ ਰਿਲੈਕਸੇਸ਼ਨ ਵੀ ਮਿਲ ਸਕਦੀ ਹੈ। ਪਰ ਐਂਡ ਆਫ ਦ ਡੇ ਐਜ਼ ਆਈ ਬੀਨ ਸੇਇੰਗ ਐਵਰੀਬਾਡੀ don't rush, just take it easy. You will qualify if you have some income every month, ਜਿਹੜੀ ਕਿ ਬੜੀ ਥੋੜੀ ਜੀ ਹੈਗੀ ਹੈ, ਤੇ ਤੁਹਾਨੂੰ ਇਹ ਜ਼ਰੂਰ 26 ਹਫ਼ਤਿਆਂ ਲਈ ਬੈਨੀਫਿਟਸ ਅਵੇਲੇਬਲ ਹੋ ਜੀ ਸਕਣਗੇ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਤੇ ਸਰ ਜਿਵੇਂ ਇਹਨਾਂ ਨੇ ਇੱਕ ਗੱਲ ਆਖੀ ਹੈ ਕਿ ਇਹਨਾਂ ਨੇ $800 ਇਹ ਕਮਾਉਂਦੇ ਨੇ, ਮੈਂ ਇਹਦੇ ਬਾਰੇ ਇੱਕ ਸਵਾਲ ਪੁੱਛਾਂਗੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਆਪਣੇ ਨੋਵਾ ਸਕੋਸ਼ੀਆ ਤੋਂ ਬੋਲ ਰਹੇ ਹਾਂ, ਹੈਲੀਫੈਕਸ ਤੋਂ ਜੀ ਸਰ, ਕੀ ਸਵਾਲ ਹੈ? ਆਪਣੇ ਨਾ ਇਸ ਤਰ੍ਹਾਂ ਦੇ ਬੱਚਿਆਂ ਦੀ ਨਾ ਪਹਿਲਾਂ ਸਟੱਡੀ ਚੱਲਦੀ ਸੀਗੀ ਤੇ ਉਹ ਉਸ ਵੇਲੇ ਨਾਲ ਕੰਮ ਵੀ ਕਰਦੇ ਸੀ ਤੇ ਉਹਨਾਂ ਨੂੰ ਬੈਨੀਫਿਟ ਮਿਲਦੇ ਸੀਗੇ। ਤੇ ਹੁਣ ਉਹ ਜਿਹੜੇ ਨੇ ਨਾ ਉਹਨਾਂ ਨੂੰ ਯੂਨੀਵਰਸਿਟੀ ਐਡਮਿਸ਼ਨ ਮਿਲ ਗਈ ਹੈ, ਐਜ਼ ਸਟੂਡੈਂਟ ਬਣ ਗਏ ਨੇ ਦੋਨੋਂ, ਤੇ ਬੱਚਾ ਵੀ ਇੱਕ ਛੋਟਾ ਨਾਲ ਹੈ। ਹੁਣ ਉਹਨਾਂ ਨੂੰ ਕੁਝ ਬੈਨੀਫਿਟ ਮਿਲ ਸਕਦਾ? ਦੇਖੋ ਜੀ, ਇਹਦੇ ਵਿੱਚ ਸਟੂਡੈਂਟਸ ਵਾਸਤੇ ਉਹਨਾਂ ਨੇ ਹਾਲੇ ਕੋਈ ਕਲੈਰਿਟੀ ਨਹੀਂ ਦਿੱਤੀ ਕਿ ਵੀ ਕੀ ਕਰਨਾ ਬੱਚਿਆਂ ਵਾਸਤੇ, ਕਿਉਂਕਿ ਤੁਹਾਨੂੰ ਯਾਦ ਹੋਵੇ ਪਹਿਲਾਂ ਬੱਚਿਆਂ ਨੂੰ ਬੈਨੀਫਿਟ ਵੀ ਮਿਲਦੇ ਸੀ ਤੇ ਬੱਚਿਆਂ ਨੂੰ ਕੰਮ ਕਰਨ ਦੀ ਵੀ ਇਜਾਜ਼ਤ ਦਿੱਤੀ ਸੀ। ਪਰ ਕਿਉਂਕਿ ਹੁਣ ਯੂਨੀਵਰਸਿਟੀਆਂ ਖੁੱਲ੍ਹ ਗਈਆਂ, ਬੱਚੇ ਆਪਣੇ ਫੁੱਲ ਟਾਈਮ ਚਲੇ ਗਏ ਨੇ, ਤੇ ਹੁਣ ਸਿਰਫ ਜਿਹੜੀ ਵਰਕਿੰਗ ਕਲਾਸ ਹੈ, ਵਰਕਿੰਗ ਕਲਾਸ ਨੂੰ ਇਹ ਚੀਜ਼ਾਂ ਅਵੇਲੇਬਲ ਨੇ ਤਾਂ ਕਿ ਅਸੀਂ ਤੁਹਾਡੇ ਜਿਹੜੇ ਉੱਪਰਲੇ ਖਰਚੇ ਹੈ, ਰੋਟੀ ਪਾਣੀ ਦੇ ਖਰਚੇ, ਉਹਨੂੰ ਚਲਾ ਸਕੀਏ। ਦੈਟ ਇਜ਼ ਦ ਕੀ ਟੂ ਦਿਸ। ਐਂਡ ਅਗੇਨ ਆਈ ਵੁੱਡ ਰეკਮੈਂਡ। ਹਾਂਜੀ ਇਸ ਤਰ੍ਹਾਂ ਸੀਗਾ ਸਰ। ਹੈਲੋ ਹਾਂਜੀ ਹਾਂ, ਬੋਲੋ ਬੋਲੋ, ਸੁਣ ਰਿਹਾ ਜੀ, ਬੋਲੋ ਬੋਲੋ ਜੀ ਸਰ। ਆਪਣਾ ਸਵਾਲ ਸੀਗਾ ਕਿ ਹਾਲੇ ਗੱਲ ਕੰਪਲੀਟ ਨਹੀਂ ਹੋਈ ਮੇਰੀ, ਥੋੜੀ ਜਿਹੀ ਹੋਰ ਸੀ ਜੀ, ਬੋਲੋ। ਹਾਂ, ਇੱਕ ਬੱਚਾ ਛੋਟਾ ਸੀਗਾ ਨਾਲ ਸਾਡੇ, ਉਹ ਛੋਟੀ ਬੇਟੀ ਹੈ ਜੀ, ਤੇ ਸੋਰਸ ਆਫ ਅਰਨਿੰਗ ਤਾਂ ਹੈ ਨਹੀਂ ਜੀ, ਤੇ ਫਿਰ ਵੀ ਨਹੀਂ ਮਿਲੇਗਾ ਕੁਝ? ਨਹੀਂ, ਬੱਚੀ ਜਿਹੜੀ ਵੀ ਹੈਗੀ ਹੈ, ਬਿਟੀਆ ਦੀ ਕਿੰਨੀ ਉਮਰ ਹੈ? 5 ਸਾਲ ਦੀ। 5 ਸਾਲ। ਤੇ ਉਹਦੇ ਪੇਰੈਂਟਸ ਤੁਸੀਂ ਹੋ? ਨਹੀਂ, ਅਸੀਂ ਗ੍ਰੈਂਡ ਪੇਰੈਂਟਸ ਹਾਂ। ਤੁਸੀਂ ਗ੍ਰੈਂਡ ਪੇਰੈਂਟਸ। ਉਹਨਾਂ ਦੇ ਪੇਰੈਂਟਸ ਕੀ ਕਰ ਰਹੇ ਨੇ? ਹਾਂ, ਉਹ ਪੇਰੈਂਟਸ ਦੋਨੋਂ ਹੀ, ਉਹਨਾਂ ਨੂੰ ਐਡਮਿਸ਼ਨ ਡੈਂਟਿਸਟਰੀ 'ਚ ਮਿਲੀ ਹੈ। ਠੀਕ ਹੈ, ਡੈਂਟਿਸਟਰੀ 'ਚ ਮਿਲੀ ਹੈ, ਕਿਉਂਕਿ ਹੁਣ ਇੱਥੇ ਆ ਕੇ ਫਿਰ ਉਹੀ ਥੋੜਾ ਜਿਹਾ ਕੰਪਲਿਕੇਟਡ ਹੋ ਗਿਆ ਕਿ ਬੱਚੇ ਜੇ ਹੁਣ ਇਕੱਲਾ ਬੱਚਾ ਘਰ ਹੈ ਜਾਂ ਤੇ ਪੇਰੈਂਟਸ ਦੋਨਾਂ ਦੇ ਵਿੱਚੋਂ ਕੋਈ ਘਰ ਰਹਿ ਰਿਹਾ ਹੋਵੇ ਤੇ ਉਹਨਾਂ ਨੂੰ ਉਹਦੇ ਲਈ ਬੈਨੀਫਿਟਸ, ਕੇਅਰ ਗਿਵਿੰਗ ਬੈਨੀਫਿਟਸ ਮਿਲਦੇ ਨੇ। ਹੁਣ ਤੁਹਾਡੇ ਕੇਅਰ ਗਿਵਿੰਗ ਬੈਨੀਫਿਟਸ ਹੋਏ ਤੁਹਾਡੇ ਵਾਸਤੇ ਐਜ਼ ਏ ਗ੍ਰੈਂਡ ਪੇਰੈਂਟਸ। ਸੋ ਐਜ਼ ਏ ਗ੍ਰੈਂਡ ਪੇਰੈਂਟ ਡੂ ਯੂ ਕੁਆਲੀਫਾਈ ਫॉर ਦਿਸ অর ਨਾਟ? ਪਲੀਜ਼ ਟਾਕ ਟੂ ਯੂਰ ਅਕਾਊਂਟੈਂਟ ਤਾਂ ਕਿ ਉਹ ਇਹਨੂੰ ਕਲੈਰੀਫਾਈ ਕਰ ਸਕੇ, ਜਾਂ CRA ਨੂੰ ਫੋਨ ਕਰਕੇ ਫਿਰ ਤੁਸੀਂ ਇਹਦੀ ਕਲੈਰੀਫਿਕੇਸ਼ਨ ਲਓ, ਕਿਉਂਕਿ ਹਾਲੇ ਕੋਈ ਚੀਜ਼ ਵੀ ਬਾਹਰ ਕਲੀਅਰ ਨਹੀਂ ਆਈ ਇਹਦੇ ਬਾਰੇ। ਜੀ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਤੇ ਸਰ ਜਿਵੇਂ ਅਸੀਂ ਗੱਲਬਾਤ ਕਰ ਰਹੇ ਹਾਂ ਰਿਕਵਰੀ ਬੈਨੀਫਿਟਸ ਨੂੰ ਲੈ ਕੇ, ਲੋਕਾਂ ਦੇ ਸਵਾਲ ਕਾਫੀ ਆ ਰਹੇ ਨੇ। ਜੀ ਜੀ। ਮੈਂ ਇੱਥੇ ਇੱਕ ਕੁਐਸਚਨ ਪੁੱਟ ਕਰਨਾ ਚਾਹੂੰਗੀ। ਜਿਵੇਂ ਸਾਨੂੰ ਪਹਿਲਾਂ ਕਾਲਰ ਨੇ ਕਿਹਾ ਸੀ ਕਿ ਉਹ 800 ਪਰ ਮੰਥ ਕਮਾ ਰਹੇ ਨੇ ਉਹ, ਤੇ ਜੇ ਕਿਸੇ ਦੀ ਜੌਬ ਪ੍ਰਭਾਵਿਤ ਨਹੀਂ ਹੋਈ ਹੈ, ਸਟਿਲ ਉਹ 800 ਹੀ ਕਮਾ ਰਹੇ ਨੇ, ਪਹਿਲਾਂ ਵੀ 800 ਹੀ ਕਮਾਉਂਦੇ ਸੀ, ਕੀ ਉਹ ਐਲੀਜੀਬਲ ਹੋਣਗੇ? ਦੇਖੋ, ਗੱਲ ਇਸ ਤਰ੍ਹਾਂ ਸੀਗੀ ਕਿ ਪਹਿਲੋਂ ਉਹਨਾਂ ਨੇ ਇੱਕ ਸਾਨੂੰ ਕ੍ਰਾਈਟੇਰੀਆ ਦਿੱਤਾ ਸੀ ਕਿ ਕਿੰਨੇ ਤੱਕ ਬੰਦਾ ਕੁਆਲੀਫਾਈ ਕਰੇਗਾ। ਠੀਕ ਹੈ, ਪਹਿਲਾ ਕੋਈ ਕ੍ਰਾਈਟੇਰੀਆ ਇਹ ਸੀ ਕਿ ਜੇ 1000 ਤੋਂ ਥੱਲੇ ਹੋ, 1001 ਵੀ ਹੈ ਤਾਂ ਤੁਸੀਂ ਨਹੀਂ ਸੀ ਕੁਆਲੀਫਾਈ ਕਰਦੇ। ਉਹ ਇਸ ਬੇਸ ਤੇ ਸੀਗਾ ਕਿ ਇਨਫਲੇਸ਼ਨ ਪੁਆਇੰਟ ਆਫ ਵਿਊ ਨਾਲ ਤੁਹਾਨੂੰ ਕਿੰਨੇ ਕੁ ਖਰਚੇ ਦੀ ਲੋੜ ਹੈ, ਰੋਟੀ ਖਾਣ ਲਈ ਜਾਂ ਸਭ ਕੁਝ ਰੱਖਣ ਲਈ ਕਿੰਨੀ ਲੋੜ ਹੈ। ਹੁਣ ਜਿਹੜਾ ਬੰਦਾ 3 ਦਿਨ ਲਈ ਸਟੱਡੀ ਕਰ ਰਿਹਾ ਹੈ ਔਰ ਮਹੀਨੇ ਦੀ ਐਵਰੇਜ ਦੀ $800 ਦੀ ਇਨਕਮ ਹੈ, ਆਬਵੀਅਸਲੀ ਜੇ $800 ਦੀ ਇਨਕਮ ਹੈ ਤੇ ਪਹਿਲਾਂ ਵੀ ਉਹ 'ਚ ਗੁਜ਼ਾਰਾ ਕਰ ਰਿਹਾ ਸੀਗਾ, ਕਿਸੇ ਨਾ ਕਿਸ ਤਰ੍ਹਾਂ ਕਰ ਰਹੇ ਸੀ। ਪਰ ਅੱਜ ਦੀ ਡੇਟ 'ਚ ਜੇ ਸਿਰਫ ਅਸੀਂ ਬੈਨੀਫਿਟਸ ਵੱਲ ਦੇਖੀਏ ਕਿ ਸਾਨੂੰ ਬੈਨੀਫਿਟ ਕਿਵੇਂ ਮਿਲ ਸਕਦੇ ਨੇ, ਦੈਟ ਕੁਡ ਬੀ ਕੁਐਸਚਨੇਬਲ। ਇਸ ਲਈ ਮੈਂ ਬਾਰ-ਬਾਰ ਸਾਰਿਆਂ ਨੂੰ ਇਹ ਤਕੀਦ ਕਰ ਰਿਹਾ, ਪਲੀਜ਼ ਇਹਨੂੰ ਲੈਣ ਤੋਂ ਪਹਿਲਾਂ ਇੱਕ ਵਾਰੀ ਆਪਣੇ ਅਕਾਊਂਟੈਂਟ ਨਾਲ ਬੈਠੋ ਜਾਂ CRA ਦੇ ਵੈਬਸਾਈਟ ਤੇ ਜਾਓ, ਆਪਣੇ ਆਪ ਤੇ ਸਵਾਲ ਕਰੋ ਜਾਂ CRA ਨੂੰ ਫੋਨ ਕਰੋ, ਡੂ ਆਈ ਕੁਆਲੀਫਾਈ? ਜਿਉਂ ਹਾਲੇ ਸਾਡੇ ਕੋਲ ਪੂਰਾ 1 ਸਾਲ ਇਹਨੂੰ ਅਪਲਾਈ ਕਰਨ ਲਈ, ਤੇ ਜੇ ਅਸੀਂ ਸਵੇਰੇ ਹੀ ਆਪੋ ਆਪਣੀ ਜਗ੍ਹਾ ਤੇ ਕਹੀਏ ਵੀ ਐਪਲੀਕੇਸ਼ਨ ਫਲੋਟ ਕਰ ਦਈਏ, ਫਟਾਫਟ ਪੈਸੇ ਆ ਜਾਣ, ਉਹ ਮੇਰੇ ਹਿਸਾਬ ਨਾਲ ਤੇ ਮੈਂ ਨਹੀਂ ਰਿਕਮੈਂਡ ਕਰਾਂਗਾ। ਕਿਉਂਕਿ ਇਨ ਟੋਟੈਲਿਟੀ ਦਾ ਮਤਲਬ ਓਵਰਆਲ ਕੀ ਸਿਚੁਏਸ਼ਨ ਹੈ, ਅਸੀਂ ਉਹਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਪਲੀਜ਼ ਮੇਕ ਸ਼ੋਰ ਹਰ ਬੰਦਾ ਆਪੋ ਆਪਣੇ ਹਾਲਾਤ ਨੂੰ ਸਾਹਮਣੇ ਰੱਖਦੇ ਹੋਏ ਫਿਰ ਅਪਲਾਈ ਕਰੋ।
ਬਿਲਕੁਲ ਸਰ, ਇਹ ਕਦੋਂ ਤੋਂ ਅਪਲਾਈ ਕੀਤੇ ਜਾ ਸਕਦੇ ਇਹ ਦੇਖੋ ਜੀ ਹੁਣ ਜਿਸ ਤਰ੍ਹਾਂ ਹੁਣ 3 ਹੈਗੀ ਹੈ, ਖਤਮ ਹੋ ਗਈ, ਹਾਲੇ ਵੀ 2 ਹਫ਼ਤੇ ਲੱਗਣੇ ਆ। 2 ਹਫ਼ਤਿਆਂ ਤੋਂ ਬਾਅਦ ਅਸੀਂ ਅਪਲਾਈ ਕਰ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਅਸੀਂ ਵੈਨਕੂਵਰ ਤੋਂ। ਜੀ ਮੈਮ, ਕੀ ਸਵਾਲ ਹੈ ਤੁਹਾਡਾ? ਮੇਰਾ ਸਵਾਲ ਇਹ ਆ ਕਿਉਂਕਿ ਵੀ ਅਸੀਂ ਪਹਿਲੇ ਤਾਂ ਕੁਝ ਵੀ ਕੋਈ CRV ਕੁਝ ਨਹੀਂ ਸੀ ਲਿਆ ਕਿਉਂਕਿ ਕੰਮ ਆਲਰੇਡੀ ਚੱਲਦਾ ਸੀਗਾ ਸਾਡਾ, ਤੇ ਹੁਣ ਸਾਡਾ ਮਤਲਬ ਕਿ 30 ਤਰੀਕ ਤੋਂ ਉਹਨਾਂ ਨੇ ਲੇ ਆਫ ਦਿੱਤੀ ਆ, ਤੇ ਹੁਣ ਅਸੀਂ ਮਤਲਬ ਕਿ ਇਹ ਲੇ ਆਫ ਲੈ ਸਕਦੇ ਹਾਂ ਕਿ ਨਹੀਂ? ਬਿਲਕੁਲ ਲੈ ਸਕਦੇ ਹੋ ਜੀ। ਜੇ 30 ਤਰੀਕ ਤੋਂ ਤੁਹਾਨੂੰ ਉਹਨਾਂ ਨੇ ਲੇ ਆਫ ਦਿੱਤੀ ਹੈ, ਅੰਡਰ ਦੈਟ ਰੂਲ ਤੁਸੀਂ 100% ਕੁਆਲੀਫਾਈ ਕਰੋਗੇ। ਓਕੇ, ਥੈਂਕ ਯੂ। CRB ਤੁਸੀਂ ਲੈ ਲਓ। ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ। ਸਰ, ਜਿਵੇਂ ਆਪਾਂ ਟਾਈਮਿੰਗ ਦੀ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਕਦੋਂ ਤੋਂ ਇਹਦੀ ਸਟਾਰਟਿੰਗ ਹੋ ਸਕਦੀ ਹੈ, ਤੇ ਜਿਨ੍ਹਾਂ ਦਾ ਇਨ ਦਾ ਮੇਨ ਟਾਈਮ ਜਿਹੜੇ ਅਜੇ ਕੰਮ ਨਹੀਂ ਕਰ ਰਹੇ ਹੈਗੇ, ਕੁਝ ਸਮੇਂ ਬਾਅਦ ਉਹਨਾਂ ਨੂੰ ਕੰਪਨੀ ਬੁਲਾ ਰਹੀ ਹੈ ਤੇ ਸੈਕੰਡ ਵੇਵ ਕਰਕੇ ਉਹ ਨਹੀਂ ਜਾਣਾ ਚਾਹੁੰਦੇ, ਕਿ ਤਾਂ ਵੀ ਉਹ ਕੁਆਲੀਫਾਈ ਦੇਖੋ ਫਿਰ ਉੱਥੇ ਗੱਲ ਆ ਜਾਂਦੀ ਹੈ ਕਿ ਵੋਲੰਟਰਲੀ ਜੇ ਮੈਂ ਆਪਣੀ ਮਰਜ਼ੀ ਨਾਲ ਨਹੀਂ ਕੰਮ ਤੇ ਜਾਣਾ ਚਾਹੁੰਦਾ, ਉਹਦੇ ਲਈ ਇਹ ਸਿਚੁਏਸ਼ਨ ਸ਼ਾਇਦ ਮਾੜੀ ਹੋਵੇ, ਯਾਨੀ ਉਹ ਸ਼ਾਇਦ ਉਹਦੇ ਲਈ ਕੁਆਲੀਫਾਈ ਨਾ ਕਰੇ। ਹਾਂ, ਜੇ ਕੰਪਨੀ ਨਹੀਂ ਮੈਨੂੰ ਬੁਲਾ ਰਹੀ, ਮੈਨੂੰ ਤੁਸੀਂ EMPLOYE ਕੀਤਾ ਸੀਗਾ, ਮੈਂ ਤੁਹਾਨੂੰ ਫੋਨ ਕਰਕੇ ਕਹਿੰਦਾ ਜੀ ਮੈਂ ਆਉਣਾ ਚਾਹੁੰਦਾ ਹੈ, ਪਰ ਤੁਸੀਂ ਕਹਿੰਦੇ ਹੋ ਆਮ ਸੌਰੀ ਹਾਲੇ ਜੌਬ ਨਹੀਂ ਹੈ, ਯਾਨੀ ਹਾਲੇ ਨਹੀਂ ਬੁਲਾ ਸਕਦੇ, ਦੈਨ ਯੂ ਕੁਆਲੀਫਾਈ। ਤਾਂ ਤੁਸੀਂ ਗੱਲ ਕੀਤੀ ਸੀ ਇਨਫਲੇਸ਼ਨ ਦੇ ਵਿੱਚ, ਤੇ ਮੈਂ ਵੀ ਅੱਜ ਇੱਕ ਆਰਟੀਕਲ ਪੜ੍ਹ ਰਹੀ ਸੀ ਕਿ ਆਪਾਂ ਗੱਲ ਕਰਾਂਗੇ ਕਿ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਬ੍ਰੈਂਪਟਨ ਤੋਂ ਬੋਲ ਰਹੀ ਹਾਂ। ਮੇਰਾ ਕੁਐਸਚਨ ਇਹ ਹੈ ਕਿ ਜਿੱਦਾਂ ਤੁਹਾਨੂੰ ਪਹਿਲਾਂ ਕਿਸੇ ਨੇ ਕਾਲ ਕੀਤੀ ਸੀ ਕਿ ਵੀ ਉਹ $800 ਕਮਾਉਂਦੇ ਹੈਗੇ, ਰਾਈਟ? ਪਰ ਮੈਂ ਨਾ ਇਹ ਇੰਟਰਨੈਸ਼ਨਲ ਸਟੂਡੈਂਟ ਨੇ, ਕਈਆਂ ਨੂੰ ਮੈਂ ਵੀ ਜਾਣਦੀ ਹਾਂ ਜਿੱਦਾਂ ਵੀ ਉਹ ਤਾਂ ਕੁਆਲੀਫਾਈ ਹੋਈ 20 ਆਵਰ ਕੰਮ ਕਰਵਾਉਣ ਵਾਲੇ ਕਰਦੇ ਆ ਵੀ ਉਹ ਸਟਿਲ ਲੈ ਸਕਦੇ ਆ, ਕਿਉਂਕਿ ਬਹੁਤ ਬੱਚਿਆਂ ਨੂੰ ਪਤਾ ਨਹੀਂ ਹੈਗਾ, ਉਹ ਇਹ ਸੋਚ ਰਹੇ ਆ ਕਿ ਸਾਡੀ ਤਾਂ ਪਾਰਟ ਟਾਈਮ ਜੌਬ ਆ ਤੇ ਅਸੀਂ ਕੁਆਲੀਫਾਈ ਕਰਦੇ ਹਾਂ। ਭੈਣ ਜੀ, ਇੱਥੇ ਮੈਂ ਇੱਕ ਛੋਟੀ ਜਿਹੀ ਗੱਲ ਕਹਾਂ ਕਿ ਜਿਹੜੇ ਪਹਿਲਾਂ ਨੇ ਗੱਲ ਕੀਤੀ ਸੀ, ਉਹਨਾਂ ਨੇ ਇਹ ਨਹੀਂ ਸੀ ਕਿਹਾ ਕਿ ਮੈਂ ਇੰਟਰਨੈਸ਼ਨਲ ਸਟੂਡੈਂਟ ਆ, ਉਹਨਾਂ ਨੇ ਤੇ ਨਹੀਂ, ਮੈਂ ਵੈਸੇ ਇੱਕ ਜਨਰਲ ਗੱਲ ਕਰ ਰਿਹਾ। ਜੇ ਉਹ ਇੰਜ ਕਹਿ ਰਹੇ ਨੇ, ਮੈਨੂੰ ਪੁੱਛ ਰਹੇ ਨੇ, ਤਦੇ ਮੈਂ ਬਾਰ-ਬਾਰ ਕੋਈ ਵੀ ਗੱਲ ਕਹਿਣ ਤੋਂ ਬਾਅਦ ਤੁਹਾਨੂੰ ਮੈਂ ਇਹ ਕਹਿ ਰਿਹਾ, ਬਾਰ-ਬਾਰ ਤਕੀਦ ਕਰ ਰਿਹਾ ਕਿ ਪਲੀਜ਼ ਆਪਣੇ ਅਕਾਊਂਟੈਂਟ ਨੂੰ ਇੱਕ ਵਾਰੀ ਪੁੱਛ ਲਓ, ਕਿਉਂਕਿ ਇਹ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਨਹੀਂ ਹੈਗਾ। ਜੋ ਇਹ ਨਵਾਂ ਪ੍ਰੋਗਰਾਮ ਹੈ, ਇਹ ਉਹਨਾਂ ਵਾਸਤੇ ਨਹੀਂ ਹੈ। ਇੱਕ ਮਿੰਟ, ਮੈਂ ਤਾਂ ਹੀ ਦੱਸਣਾ ਚਾਹੁੰਦੀ ਹਾਂ ਕਿ ਕਈਆਂ ਨੂੰ, ਮੈਂ ਵੀ ਬੱਚਿਆਂ ਨੂੰ ਜਾਣਦੀ ਹਾਂ, ਉਹ ਇਹੀ ਕਹਿ ਰਹੇ ਆ ਕਿ ਦੈਟਸ ਫॉर एवरीवन ਐਂਡ ਅਸੀਂ 20 ਘੰਟੇ ਕੰਮ ਕਰਦੇ ਹਾਂ, ਵੀ ਆਰ ਕੁਆਲੀਫਾਈਡ, ਦੈਟਸ ਗਵਰਨਮੈਂਟ ਪ੍ਰੋਗਰਾਮ ਹੈਗਾ ਕਿ ਅਸੀਂ ਇਹਨੂੰ ਕੁਆਲੀਫਾਈ ਕਰਦੇ ਹਾਂ। ਪਲੀਜ਼ ਉਹਨਾਂ ਨੂੰ ਇਹ ਕਲੀਅਰ ਜ਼ਰੂਰ ਕਰੋ ਇਹ ਚੀਜ਼। ਬਿਲਕੁਲ ਜੀ, ਬਹੁਤ ਸ਼ੁਕਰੀਆ ਮੈਮ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਡਿਟੇਲ ਦੇ ਵਿੱਚ। ਮੈਂ ਸਿਰਫ ਇੰਨਾ ਹੀ ਕਹਿਣਾ ਚਾਹਾਂਗਾ ਕਿ ਹਿਊਮਨ ਨੇਚਰ ਹੈ ਕਿ ਹਰ ਬੰਦਾ ਉਹਨੂੰ ਇਹ ਲੱਗਦਾ ਕਿ ਮੇਰੇ ਲਈ ਵੀ ਹੈਗਾ, ਮੇਰੇ ਲਈ ਵੀ ਹੈਗਾ। ਸੋ ਇਸ ਲਈ ਜਿਹੜੀ ਕਾਨੂੰਨ ਦੀ ਹੱਦ ਹੈ, ਕਿੱਥੋਂ ਤੱਕ ਹੱਦ ਹੈ, ਕਿੱਥੋਂ ਮੈਂ ਅੰਦਰ ਆ ਸਕਦਾ, ਕਿੱਥੋਂ ਮੈਂ ਨਹੀਂ ਆ ਸਕਦਾ, ਇਹ ਸਾਡਾ ਆਪਣਾ ਫਰਜ਼ ਬਣਦਾ ਹੈ ਉਹਦੇ ਬਾਰੇ 'ਚ ਪੜਚੋਲ ਕਰਨੀ ਜਾਂ ਉਹਦੇ ਬਾਰੇ 'ਚ ਸਮਝਣਾ। ਜਿਹੜਾ ਇੱਕ ਇੰਗਲਿਸ਼ ਦਾ ਫਰੇਜ਼ ਹੈ, ਇਗਨੋਰੈਂਸ ਆਫ ਲਾਅ ਇਜ਼ ਨੋ ਐਕਸਕਿਊਜ਼। ਜੇ ਕੱਲ ਨੂੰ ਮੈਂ ਕਹਾਂ ਕਿ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ, ਮੈਂ ਤੇ ਐਵੇਂ ਲੈ ਲਏ, ਉਹ ਤੁਹਾਡੀ ਗਲਤੀ ਹੈ, ਔਰ ਉਹ ਤੁਹਾਡੀ ਗਲਤੀ ਜਿਹੜੀ ਹੈ ਤੁਹਾਨੂੰ ਬੜੀ ਮਹਿੰਗੀ ਪੈ ਸਕਦੀ ਹੈ। ਸੋ ਪਲੀਜ਼ ਫॉर ਹੈਵਨ ਸੇਕ ਸਾਰਿਆਂ ਨੂੰ ਮੈਂ ਕਹਿੰਦਾ ਹੈ ਕਿ ਤੁਸੀਂ ਜਿਸ ਵੀ ਸਿਚੁਏਸ਼ਨ 'ਚੋਂ ਇਹਨੂੰ ਚੰਗੀ ਤਰ੍ਹਾਂ ਪਰਖੋ ਪਹਿਲੋਂ, ਕਿਉਂਕਿ ਹਾਲੇ ਤੇ ਕੱਲ ਆਇਆ ਇਹ ਸਾਰਾ ਕੁਝ। ਕੱਲ ਆਉਣ ਤੋਂ ਬਾਅਦ, ਮੇਰਾ ਮਤਲਬ ਮੰਡੇ ਨੂੰ ਇਹ ਅਨਾਉਂਸ ਹੋਇਆ ਹੈ, ਅੱਜ ਅਸੀਂ ਫਰਾਈਡੇ 'ਚ ਬੈਠੇ ਹਾਂ, 4-5 ਦਿਨ ਦੇ ਵਿੱਚ ਕੋਈ ਨੇਰੀ ਨਹੀਂ ਆ ਗਈ ਕਿ ਮੈਨੂੰ ਕੱਲ ਮਿਲਣੇ ਚਾਹੀਦੇ ਆ। ਆਪੋ ਆਪਣੀ ਪੋਜੀਸ਼ਨ ਨੂੰ ਪਹਿਲਾਂ ਇਵੈਲੂਏਟ ਕਰੋ ਕਿ ਮੈਂ ਕੁਆਲੀਫਾਈ ਕਰਨਾ ਜਾਂ ਨਹੀਂ ਕਰਦਾ। ਜੇ ਤੁਸੀਂ ਕਰਦੇ ਹੋ, ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਬਾਕੀ ਜੇ ਤੁਸੀਂ ਉੱਪਰ ਥੱਲੇ ਕਰਕੇ ਆਪਣੇ ਆਪ ਨੂੰ ਕੁਆਲੀਫਾਈ ਕਰਨਾ, ਪਲੀਜ਼ ਡੋਂਟ ਡੂ ਇਟ, ਕਿਉਂਕਿ ਇਹ ਹੁਣ ਹੋਰ ਵੀ ਤਰੀਕੇ ਨਾਲ, ਬੜੇ ਤਰੀਕੇ ਨਾਲ ਤੁਹਾਨੂੰ ਲੱਭ ਰਹੇ ਨੇ, ਦੇਖ ਰਹੇ ਨੇ, ਔਰ ਇਹਦੇ ਫਿਰ ਉਹੀ ਮੈਂ ਕਹਾਂ ਕੌਨਸੀਕੁਐਂਸਿਸ ਨੇ, ਇਹ ਸਾਨੂੰ ਲੈਣੇ ਦੇ ਦੇਣੇ ਪੈ ਸਕਦੇ ਨੇ। ਸੋ ਪਲੀਜ਼ ਬਹੁਤ ਸੋਚ ਸਮਝ ਕੇ ਬੈਨੀਫਿਟਸ ਲੈਣਾ। ਇਹ ਸਿਰਫ ਬੈਨੀਫਿਟਸ ਇਸ ਲਈ ਸਾਨੂੰ ਮਿਲਣੇ ਸ਼ੁਰੂ ਹੋਏ ਨੇ ਕਿਉਂਕਿ ਸੈਕੰਡ ਵੇਵ ਨੂੰ ਅਸੀਂ ਦੇਖਦੇ ਪਏ ਹਾਂ, ਆ ਰਹੀ ਹੈ। ਜੇ ਅਸੀਂ ਬਜਾਏ ਇਸ ਸੋਚਣ ਦੇ ਕਿ ਜੀ ਪੈਸੇ ਸਾਨੂੰ ਕਿਵੇਂ ਮਿਲ ਸਕਦੇ ਆ, ਅਸੀਂ ਕਿਉਂ ਨਾ ਆਪਣੀ ਜ਼ਿੰਮੇਵਾਰੀ ਦੇਖੀਏ। ਸਾਡੀ ਜ਼ਿੰਮੇਵਾਰੀ ਕੀ ਹੈ? ਸਾਡੀ ਜ਼ਿੰਮੇਵਾਰੀ ਇਹ ਹੈ ਕਿ ਅਸੀਂ ਬਾਹਰ ਨਿਕਲਣ ਤੋਂ ਗੁਰੇਜ਼ ਕਰੀਏ, ਜਿੱਥੇ ਵੀ ਜਾਈਏ ਸੇਫਟੀ ਨਾਲ ਜਾਈਏ, ਤਾਂ ਕਿ ਇਹ ਸਾਡੀ ਕੋਵਿਡ ਸਾਡੀ ਜ਼ਿੰਦਗੀ 'ਚੋਂ ਨਿਕਲ ਜਾਏ ਔਰ ਫਿਰ ਅਸੀਂ ਨਾਰਮਲ ਲਾਈਫ ਜੀਏ ਜਿਸ ਤਰ੍ਹਾਂ ਅਸੀਂ ਪਹਿਲਾਂ ਜਿੰਦੇ ਸੀ। ਸੋ ਸਾਰੇ ਪੱਖਾਂ ਨੂੰ ਦੇਖਦੇ ਹੋਏ ਸਿਰਫ ਪੈਸੇ ਵੱਲ ਨਾ ਦੇਖੀਏ ਵੀ ਪੈਸਾ ਸ਼ਾਇਦ ਇੱਕਦਮ ਆ ਗਿਆ, ਫਿਰ ਆਪਾਂ ਇਹਨੂੰ ਕਿਵੇਂ ਕੁਆਲੀਫਾਈ ਕਰੀਏ। ਪਲੀਜ਼ ਸਾਰਿਆਂ ਨੂੰ ਮੈਂ ਕਹਾਂਗਾ ਆਪੋ ਆਪਣੀ ਸਿਚੁਏਸ਼ਨ ਦੇਖ ਕੇ ਤਾਦੇ ਗੱਲ ਕਰੋ। ਸਰ, ਇਨਫਲੇਸ਼ਨ ਦੀ ਅਸੀਂ ਗੱਲ ਕਰ ਰਹੇ ਸੀ, ਸਭ ਕੁਝ ਵੱਧ ਰਿਹਾ, ਕੀਮਤਾਂ ਵੱਧ ਰਹੀਆਂ ਨੇ, ਗਰੋਸਰੀਜ਼ ਦੀਆਂ ਕੀਮਤਾਂ ਦੀ ਮੈਂ ਗੱਲ ਕਰ ਰਹੀ ਸੀ ਕਿ ਇਹ ਵੀ ਵਧਣ ਵਾਲੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ। ਸੋ ਪਰ ਰੀਅਲ ਸਟੇਟ ਦੀ ਗੱਲ ਕਰੀਏ, ਰੀਅਲ ਸਟੇਟ ਦੇ ਉੱਤੇ ਇਸ ਦਾ ਕੋਈ ਖਾਸ ਅਸਰ, ਕੋਈ ਨੈਗੇਟਿਵ ਅਸਰ ਨਹੀਂ ਪਿਆ ਹੈਗਾ। ਦੇਖੋ ਜੀ, ਨੈਗੇਟਿਵ ਇਸ ਲਈ ਨਹੀਂ ਪਿਆ ਕਿ ਅੱਜ ਦੀ ਡੇਟ 'ਚ ਜਿਹੜੀ ਮੌਰਗੇਜ ਦੇ ਰੇਟ ਹੈ ਉਹ ਹਿਸਟੋਰਿਕ ਲੋ ਆ। ਅੱਜ ਦਾ ਕਰੰਟ ਰੇਟ ਹੈ, ਅੱਜ ਮਤਲਬ ਫਰਾਈਡੇ ਅਕਤੂਬਰ 2 ਨੂੰ, ਅੱਜ ਤੁਹਾਨੂੰ ਕਲੋਜ਼ ਮੌਰਗੇਜ 5 ਇਅਰਸ
1.7 ਤੇ ਅਵੇਲੇਬਲ ਹੈ। ਓਕੇ 1.7 ਫੋਰਗੇਟ ਇਟ। ਮੈਂ ਜਦੋਂ ਇਸ ਕੰਟਰੀ 'ਚ ਆਇਆ ਸੀ ਮੈਂ 28% ਤੇ ਲਈ ਸੀ ਆਪਣਾ ਪਹਿਲਾ, ਠੀਕ ਹੈ। ਸੋ ਮੇਰਾ ਮਤਲਬ ਹਿਸਟੋਰਿਕ ਲੋ ਹੋਣ ਕਰਕੇ ਹਰ ਬੰਦਾ ਇਹ ਸੋਚਦਾ ਵੀ ਚਲੋ ਮੈਂ ਤੇ ਹੁਣ ਘਰ ਲੈ ਲਾਂ, 5 ਸਾਲ ਲਈ ਇਹਨੂੰ ਮੈਂ ਬਲੌਕ ਕਰ ਲਾਂ ਤੇ 5 ਸਾਲ ਬਾਅਦ ਦੇਖਾਂਗੇ ਕੀ ਹੈ। ਜਿਹੜਾ ਇਹ ਸਾਡਾ ਇਹ ਰਵੱਈਆ ਹੈ ਨਾ, ਸਪੈਸ਼ਲੀ ਆਪਣੀ ਕਮਿਊਨਿਟੀ ਦਾ, ਦੇਖ ਲਾਂਗੇ ਕੀ ਹੋਏਗਾ, ਦੈਟ ਇਜ਼ ਐਬਸੋਲਿਊਟਲੀ ਰੋਂਗ। ਇਹ ਕੰਟਰੀ ਜਿਹੜਾ ਬੜਾ ਪ੍ਰੈਕਟੀਕਲ ਕੰਟਰੀ ਹੈ। ਅੱਜ ਮੇਰੇ ਕੋਲ ਜੌਬ ਹੈ, ਸ਼ਾਇਦ ਕੱਲ ਸਵੇਰੇ ਮੈਂ ਆਵਾਂ ਤੇ ਮੇਰੇ ਬਾਸ ਮੈਨੂੰ ਕਹੇ ਆਮ ਸੌਰੀ ਵੀ ਡੋਨਟ ਹੈਵ ਅ ਜੌਬ, ਕਿਉਂਕਿ ਇੱਥੇ ਕੋਈ ਯੂਨੀਅਨਾਈਜ਼ ਕੰਮ ਨਹੀਂ ਹੈ ਕਿ ਕੱਲ ਨੂੰ ਅਸੀਂ ਕਰ ਸਕੀਏ। ਜੀ ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਜੁੜ ਗਏ। ਹੈਲੋ ਹਾਂਜੀ, ਅਸੀਂ ਕੈਟਗਰੀ ਤੋਂ ਬੋਲਦੇ ਹਾਂ ਜੀ। ਜੀ ਸਰ। ਜੀ ਬੋਲੋ ਜੀ ਬੋਲੋ। ਮੇਰੀ ਉਮਰ ਜੀ 65 ਸਾਲ ਦੀ ਹੋ ਗਈ ਜੁਲਾਈ 31 ਨੂੰ ਜੀ। ਤੇ ਮੈਨੂੰ 707 ਨਕਲੇ ਆਉਂਦੇ ਬੈਨੀਫਿਟ ਜੀ। ਤੇ ਮੈਂ 13 ਸਾਲ ਹੋ ਗਏ ਕੰਮ ਕਰਦੇ ਨੂੰ ਤੇ ਕੰਪਨੀ ਨੇ ਮੈਨੂੰ ਲੇ ਆਫ ਦਾ ਭੇਜਤਾ ਵੀ 6 ਮਹੀਨੇ ਹਜੇ ਹੋ ਸਾਡੇ ਥੀਏਟਰ ਹੈ ਵੀ ਮੈਂ ਹਜੇ ਕੰਮ ਕਰਨਾ ਚਾਹੁੰਦਾ 2-3 ਸਾਲ ਜੀ। ਉਹਨਾਂ ਨੇ ਲੇ ਆਫ ਦੇ ਪੇਪਰ ਭੇਜਦੇ ਵੀ ਮੈਂ ਭਰ ਸਕਦਾ ਕਿ ਨਹੀਂ? ਦੇਖੋ ਇਸ ਤਰ੍ਹਾਂ ਹੈ, ਕਿਉਂਕਿ ਲੇ ਆਫ ਹੈਗੀ ਹੈ ਤੁਹਾਡੀ ਕਾਨੂੰਨੀ ਹੈ। ਜਿਹੜੇ ਤੁਸੀਂ 65 ਜੇ ਤੁਸੀਂ 65 ਸਾਲ ਦੇ ਰਿਟਾਇਰ ਹੋਏ ਹੋ ਤੇ ਜਿਹੜੇ ਤੁਹਾਨੂੰ ਰਿਟਾਇਰਮੈਂਟ ਬੈਨੀਫਿਟਸ ਹੈ, 올ਡ ਏਜ ਬੈਨੀਫਿਟਸ ਹੈ, ਉਹ ਤੇ ਗਵਰਨਮੈਂਟ ਨੇ ਦੇਣੇ ਆ। ਪਰ ਜੇ ਤੁਸੀਂ ਐਕਟਿਵਲੀ ਕੰਮ ਕਰ ਰਹੇ ਸੀਗੇ ਤੇ ਤੁਹਾਨੂੰ ਲੇ ਆਫ ਮਿਲੀ ਹੈ, ਉਹਦੇ ਲਈ ਤੁਸੀਂ ਜ਼ਰੂਰ ਅਪਲਾਈ ਕਰ ਸਕੋਗੇ। ਫਿਰ ਉਹੀ ਗੱਲ ਆ ਗਈ, ਤੁਸੀਂ ਆਪਣੇ ਅਕਾਊਂਟੈਂਟ ਸਾਹਿਬ ਨਾਲ ਇੱਕ ਵਾਰੀ ਡਿਸਕਸ ਕਰ ਲੈਣਾ ਤੇ ਜ਼ਰੂਰ ਅਪਲਾਈ ਕਰੋ, ਤੁਹਾਨੂੰ ਮਿਲ ਜਾਏ, ਤੁਹਾਨੂੰ ਬੈਨੀਫਿਟ ਮਿਲ ਸਕਣਗੇ। ਅੱਛਾ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਜੀ ਅਸੀਂ ਗੱਲ ਕਰ ਸੀ ਰੀਅਲ ਸਟੇਟ ਦੀ। ਹਾਂਜੀ, ਸੋ ਰੀਅਲ ਸਟੇਟ ਦੇ ਵਿੱਚ ਤਰਨਜੀਤ ਜੀ ਇਹ ਗੱਲ ਹੈ ਕਿ ਹੁਣ 1.7 ਦੇ ਉੱਤੇ ਮੈਂ ਮੌਰਗੇਜ ਮੈਨੂੰ ਮਿਲ ਰਹੀ ਹੈ। ਹੁਣ ਉਹ 1.7 ਦੇ ਵਿੱਚ ਘਰ ਦੇ ਵਿੱਚ ਜਾਨੀ ਬਾਹਰ ਮਾਰਕੀਟ ਦੇ ਵਿੱਚ ਜਿਹੜੀ ਇਨਵੈਂਟਰੀ ਹੈ ਬੜੀ ਲੋ ਹੈ। ਅੱਛਾ, ਹੁਣ ਤੁਸੀਂ ਵੀ ਸੋਚਦੇ ਮੈਂ ਲੈ ਲਾਂ, ਮੈਂ ਵੀ ਸੋਚਣਾ ਲੈ ਲਾਂ, ਹੋਰ ਤੀਜਾ ਬੰਦਾ ਕਹਿੰਦਾ ਮੈਂ ਵੀ ਲੈ ਲਾਂ। ਹੁਣ ਮਕਾਨ ਇੱਕ ਹੈ, ਉਹਦੇ ਤੇ ਬਿਡਰ ਅਸੀਂ 3 ਖੜੇ ਹੋ ਗਏ। ਹੁਣ ਕੀ ਹੁੰਦਾ ਹੈ, ਹਿਊਮਨ ਨੇਚਰ ਹੈ ਕਿ ਜਦੋਂ ਅਸੀਂ ਘਰੋਂ ਚੱਲਦੇ ਹਾਂ ਨਾ ਕੋਈ ਚੀਜ਼ ਪ੍ਰੋਗਰਾਮ ਬਣਾ ਕੇ ਵੀ ਅੱਜ ਲੈਣਾ ਹੈ ਤੇ ਫਿਰ ਅਸੀਂ ਭੁੱਲ ਜਾਂਦੇ ਹਾਂ ਕਿ ਮੈਂ ਬੋਲਦਾ ਕੀ ਪਿਆ। ਮੈਨੂੰ ਤੇ ਇਹ ਪਤਾ ਵੀ ਇਹ ਲੈਣਾ ਹੀ ਲੈਣਾ ਮੈਂ ਘਰ, ਠੀਕ ਹੈ। ਤੁਸੀਂ ਮੰਨ ਲਓ $1 ਕਿਹਾ, ਮੈਂ 1.5 ਕਿਹਾ, ਦੂਜੇ ਨੇ 3 ਕਿਹਾ, ਫਿਰ 4 ਕਿਹਾ ਸੀ। ਬਾਅਦ ਚ ਪਤਾ ਲੱਗਾ ਕਿ ਲੈਣਾ ਤੇ $1 ਦੀ ਚੀਜ਼ ਸੀ, ਅਸੀਂ $10 ਚ ਚੀਜ਼ ਲੈ ਲਈ ਹੈ। ਪਰ ਇਟ ਇਜ਼ ਟੂ ਲੇਟ। ਸੋ ਇਸ ਵਜ੍ਹਾ ਕਰਕੇ ਇਹ ਜਿਹੜੀ ਹਾਲਾਤ ਨੇ, ਔਰ ਮੈਂ ਤੁਹਾਨੂੰ ਇੱਕ ਹੋਰ ਚੀਜ਼ ਕਹਾਂ, ਸ਼ਾਇਦ ਮੇਰੇ ਜਿਹੜੇ ਰੀਅਲ ਸਟੇਟ ਦੇ ਏਜੰਟਸ ਵਗੈਰਾ ਸਾਡੇ ਭੈਣ ਭਰਾ ਹੀ ਹੋਣਗੇ, ਤੁਸੀਂ ਐਗਰੀ ਨਹੀਂ ਕਰੋਗੇ ਮੇਰੇ ਨਾਲ, ਕਿਉਂਕਿ ਤੁਹਾਡਾ ਬਿਜ਼ਨਸ ਹੈ ਔਰ ਉਹ 'ਚ ਕੋਈ ਹਰਜ ਨਹੀਂ ਹੈ, ਤੁਸੀਂ ਵੇਚਣਾ ਹੀ ਵੇਚਣਾ, ਪ੍ਰਾਪਰਟੀ ਵੇਚਣੀ ਹੈ। ਪਰ ਜਿਹੜੇ ਬੜੇ ਬੜੇ ਇਕੋਨੋਮਿਸਟ ਬਾਹਰ ਵੀ ਬੈਠੇ ਹੈ, ਉਹ ਵਰਲਡ ਦੇ ਹੌਟਸਪੌਟ ਦੇਖ ਰਹੇ ਕਿ ਮਾਰਕੀਟ ਕਿੱਥੇ ਜ਼ਿਆਦਾ ਇਸ ਵੇਲੇ ਬਬਲ ਕ੍ਰੀਏਟ ਹੋ ਰਿਹਾ ਹੈ। ਔਰ ਅਨਫੋਰਚੂਨੇਟਲੀ ਕੈਨੇਡਾ ਜਿਹੜਾ ਹੈ ਉਹਦੇ ਵਿੱਚ ਆਉਂਦਾ। ਹੁਣ ਇਹ ਜਿਹੜਾ ਬਬਲ ਹੈ, ਬਬਲ ਇਹੀ ਹੁੰਦਾ ਹੈ ਜਿਹਨੂੰ ਕਹਿੰਦੇ ਗੁਬਾਰਾ। ਗੁਬਾਰਾ ਫੁੱਲਦਾ ਜਾ ਰਿਹਾ ਹੈ। ਹੁਣ ਇਹਨੇ ਕਿੱਥੇ ਫਟਣਾ ਹੈ ਕਿਸੇ ਨੂੰ ਵੀ ਨਹੀਂ ਪਤਾ, ਮੈਨੂੰ ਵੀ ਨਹੀਂ ਪਤਾ। ਜੇ ਮੈਂ ਪ੍ਰਿਡਿਕਟ ਕਰ ਸਕਾਂ ਕਿ ਮਹੀਨੇ ਨੂੰ ਇੰਜ ਹੋ ਜਾਣਾ, ਨੋ, ਆਈ ਵਿਲ ਬੀ ਰੋਂਗ। ਪਰ ਜਿੱਦਣ ਇਹ ਕੰਮ ਖਰਾਬ ਹੋਏਗਾ ਉਹਦੇ 'ਚ ਬਹੁਤ ਸਾਰੇ ਬੰਦੇ ਉਹ ਰੁੜ ਜਾਣਗੇ ਜਿਨ੍ਹਾਂ ਦੀ ਕੈਪੈਸਿਟੀ ਨਹੀਂ ਸੀ, ਪਰ ਉਹਨਾਂ ਨੇ ਦੇਖਾ ਦੇਖੀ ਕਰ ਲਿਆ, ਜਿਹਨੂੰ ਪੰਜਾਬੀ 'ਚ ਇੱਕ ਲਫ਼ਜ਼ ਕਹਿੰਦੇ ਨਾ, ਫਸਾ ਲਿਆ। ਚੱਲ ਵੀ ਘਰ ਫਸਾ ਲਓ, ਕੋਈ ਨਹੀਂ, ਦੇਖ ਲਾਂਗੇ। ਉਹਨਾਂ ਕੋਲ ਆਪਣਾ ਘਰ ਸੀਗਾ, ਪਰ ਉਹਨਾਂ ਨੇ ਇੱਕ ਹੋਰ ਵੀ ਲੈਣ ਦੀ ਕੋਸ਼ਿਸ਼ ਕੀਤੀ ਕਿ ਵੀ ਇਹਦਾ ਰੇਟ ਵੱਧ ਜਾਣਾ, ਮੈਂ ਰੇਟ ਵੱਧ 'ਚ ਵੇਚ ਲਾਂਗਾ। ਸੋ ਇਸ ਵਜ੍ਹਾ ਕਰਕੇ ਸਾਡਾ ਇੱਕ ਬਿਜ਼ਨਸ ਇਹੋ ਜਿਹਾ ਹੈ, ਅਸੀਂ ਕ੍ਰੈਡਿਟ ਕਾਉਂਸਲਿੰਗ ਕੰਪਨੀ ਹੈ, ਅਸੀਂ ਲੋਕਾਂ ਦੇ ਸਿਰ 'ਤੇ ਚੜ੍ਹੇ ਹੋਏ ਕਰਜ਼ਿਆਂ ਨੂੰ ਮਾਫ ਕਰਾਉਂਦੇ ਹਾਂ। ਔਰ ਸਾਨੂੰ ਜਿਹੜੀ ਦੇਖਣ ਦਾ ਢੰਗ ਹੈ ਡਿਫਰੈਂਟ ਹੈ। ਅਸੀਂ ਜਦੋਂ ਲੋਕਾਂ ਨੂੰ ਦੇਖਦੇ ਹਾਂ, ਅਸੀਂ ਦੇਖਦੇ ਹਾਂ ਕਿ ਉਹ ਆਪਣੇ ਕੱਪੜਿਆਂ ਤੋਂ ਬਾਹਰ ਨੇ, ਯਾਨੀ ਜਿਹਨੂੰ ਸਾਡੇ ਬਜ਼ੁਰਗ ਕਹਿੰਦੇ ਸੀ ਨਾ, ਚਾਦਰ ਤੋਂ ਬਾਹਰ ਪੈਰ ਨੇ। ਇਸ ਵੇਲੇ ਸਭ ਦੇ ਚਾਦਰ ਤੋਂ ਬਾਹਰ ਪੈਰ ਨੇ, ਪਰ ਫਿਰ ਵੀ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ। ਉਹਨਾਂ ਨੂੰ ਇਹੋ ਲੱਗ ਰਿਹਾ ਕਿ ਮੈਂ ਹੀ ਸਿਆਣਾ। ਦੇਖੋ, ਐਂਡ ਆਫ ਦੀ ਡੇ ਅਸੀਂ ਬੈਠੇ ਹਾਂ ਅੱਜ, ਕੱਲ ਨੂੰ ਜੇ ਮੈਂ ਸਰਵਾਈਵ ਕਰ ਜਾਵਾਂਗਾ ਤੇ ਸਾਰੀ ਦੀਨ ਦੁਨੀਆ ਮੇਰੇ ਲਈ ਹੈਗੀ ਹੈ, ਜੇ ਮੈਂ ਹੀ ਨਾ ਰਿਹਾ ਤੇ ਕੀ ਹੋ ਜੂ। ਸੋ ਇਸੇ ਤਰ੍ਹਾਂ ਇਸ ਵੇਲੇ ਫੈਮਲੀਆਂ ਦੇ ਉੱਤੇ ਇੰਨੀ ਜ਼ਿਆਦਾ ਸਟ੍ਰੈਸ ਹੈ, ਘਰਾਂ ਦੇ ਵਿੱਚ ਸੈਪਰੇਸ਼ਨਸ ਹੋ ਰਹੀਆਂ ਨੇ, ਘਰਾਂ 'ਚ ਡਿਵੋਰਸ ਹੋਣ ਦੀ ਸਿਚੁਏਸ਼ਨ ਆਈ ਹੋਈ ਹੈ, ਆਪਾਂ ਲੜਦੇ ਪਏ ਹਾਂ। ਔਰ ਫਿਰ ਵਿਹਲੇ ਹੋਣ ਕਰਕੇ ਲੋਕਾਂ ਨੂੰ ਡਰਿੰਕਿੰਗ ਪ੍ਰੋਬਲਮ ਸ਼ੁਰੂ ਹੋ ਗਈ ਹੈ, ਲੋਕੀ ਡਰੱਗਸ ਲੈਣੀਆਂ ਸ਼ੁਰੂ ਕਰਤੀਆਂ। ਸੋ ਕਹਿਣ ਦਾ ਮਤਲਬ ਜਿਹੜਾ ਖਾਲੀ ਦਿਮਾਗ ਹੈ ਨਾ, ਉਹ ਵੀ ਸ਼ੈਤਾਨ ਦਾ ਘਰ ਹੁੰਦਾ ਹੈ। ਸੋ ਜਦੋਂ ਖਾਲੀ ਦਿਮਾਗ ਹੈ, ਅਸੀਂ ਕ੍ਰੀਏਟਿਵ ਨਹੀਂ ਰਹੇ। ਅਸੀਂ ਬਜਾਏ ਇਸੇ ਕਿ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਦੇਖੀਏ, ਬੱਚਿਆਂ ਨੂੰ ਕਿਸੇ ਉੱਪਰ ਖੜਨਾ ਹੈ, ਕੀ ਕਰਨਾ, ਕਿਵੇਂ ਚੱਲਣਾ ਹੈ, ਅਸੀਂ ਹੋਰ ਕੰਮਾਂ 'ਚ ਪੈ ਗਏ ਹਾਂ। ਸੋ ਐਂਡ ਆਫ ਦ ਡੇ ਇਨਫਲੇਸ਼ਨ ਜਿਹੜੀ ਇਹ ਤੇ ਹੈਗੀ ਘਰੇਲੂ ਲੈਵਲ ਦੀ, ਘਰਾਂ ਦੀ। ਪਰ ਜਿਹੜੇ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ ਕਿ ਫੂਡ ਪ੍ਰਾਈਸਿਸ ਆਲਰੇਡੀ 15-20% ਉੱਪਰ ਜਾ ਚੁੱਕੀਆਂ ਔਰ ਅੱਗੇ ਨੂੰ ਵੀ ਜਾਣਗੀਆਂ। ਕਿਉਂ? ਕਿਉਂਕਿ ਜਿਹੜੀ ਉਹਦੀ ਕਾਸਟ ਆਫ ਮੂਵਿੰਗ ਹੈ ਨਾ, ਉਹ ਵੱਧ ਗਈ। ਕਿਉਂਕਿ ਅੱਗੇ ਹੁਣ ਦੇਖੋ, ਕਈ ਟਰੱਕ ਡਰਾਈਵਰ ਇਹੋ ਜਿਹੇ ਸਾਡੇ ਵੀਰ ਨੇ ਕਿ ਜਿਨ੍ਹਾਂ ਨੂੰ ਜੌਬ ਹੈਗੀ ਹੈ, ਉਹ ਠੀਕ ਨੇ, ਪਰ ਮੇਰੇ ਕੋਲ ਇਹੋ ਜਿਹੀਆਂ ਕੰਪਨੀਆਂ ਆ ਰਹੀਆਂ
ਜਿਹਦੇ ਕੋਲ 50 ਟਰੱਕ ਹੈ, ਕਿਸੇ ਕੋਲ 30 ਟਰੱਕ ਹੈ, ਕਹਿੰਦੇ ਜੀ ਮੇਰੇ ਕੋਲ ਨਹੀਂ ਸਾਂਭਿਆ ਜਾ ਰਿਹਾ, ਹੁਣ ਕੀ ਕਰੀਏ। ਸੋ ਐਂਡ ਆਫ ਦੀ ਡੇ ਜੇ ਅਸੀਂ ਇੰਨਾ ਕੁਝ ਕਰਨ ਤੋਂ ਬਾਅਦ ਆਪਣੇ ਆਪ ਨੂੰ ਬੈਂਕਰਪਟ ਹੀ ਕਰਨਾ ਹੈ, ਉਹਦਾ ਕੀ ਫਾਇਦਾ। ਸੋ ਕਹਿਣ ਦਾ ਮਤਲਬ ਹਮੇਸ਼ਾ ਥੋੜਾ ਖਾ ਲਓ। ਉਹ ਕਹਿੰਦੇ ਨਾ ਜਿਹੜਾ ਬਹੁਤੇ ਦੇ ਪਿੱਛੇ ਜਾਂਦਾ ਉਹ ਥੋੜੇ ਤੋਂ ਵੀ ਜਾਂਦਾ ਹੈ। ਥੋੜਾ ਖਾ ਲਓ, ਉਹਨਾਂ ਖਾਓ ਜਿਹੜਾ ਤੁਹਾਨੂੰ ਹਜ਼ਮ ਹੋ ਜਾਏ, ਜਿਹਨੂੰ ਤੁਸੀਂ ਕੰਟਰੋਲ ਕਰ ਸਕੋ, ਤੁਹਾਡੇ ਦਾਇਰੇ 'ਚ ਹੋਵੇ, ਤਾਂ ਕਿ ਰੱਬ ਨਾ ਕਰੇ ਜੇ ਊਚ ਨੀਚ ਹੋ ਵੀ ਜਾਵੇ ਤੇ ਮੈਂ ਉਸ ਚੀਜ਼ ਨੂੰ ਸੰਭਾਲ ਸਕਾਂ। ਔਰ ਇਹਦੀ ਸਭ ਤੋਂ ਵੱਡੀ ਇੱਕ ਕੀ ਹੈ, ਯਾਨੀ ਕਿ ਇੱਕ ਤਰੀਕਾ ਹੈਗਾ ਕਿ ਜੇ ਅੱਜ ਸਾਡੇ ਕੋਲ ਕੋਈ ਸਰਪਲਸ ਪੈਸਾ ਹੈ ਨਾ ਉਹਨੂੰ ਜੇ ਮੇਰੇ $10 ਦਾ ਘਰ ਦਾ ਖਰਚਾ ਹੈ, ਮੈਂ 8 ਕਰਾਂ, 2 ਬਚਾ ਲਾਂ, ਕਿਉਂਕਿ ਅੱਗੇ ਹਾਲੇ ਕਿਸੇ ਨੂੰ ਪਤਾ ਨਹੀਂ ਹੈ ਕਿ ਕੱਲ ਨੂੰ ਕੀ ਹੋਣਾ ਹੈ। ਅੱਜ ਅਸੀਂ ਸਾਰਿਆਂ ਨੇ ਸੁਣਿਆ ਸਾਡੇ ਜਿਹੜੇ ਗੁਆਂਢੀ ਮੁਲਕ ਹੈ ਅਮਰੀਕਾ, ਉਹਨਾਂ ਦੇ ਪ੍ਰੈਜ਼ੀਡੈਂਟ ਨੂੰ ਵੀ ਕੋਵਿਡ ਹੋ ਗਿਆ। ਸੋ ਕਹਿਣ ਦਾ ਮਤਲਬ ਕੋਈ ਬੰਦਾ ਇਹ ਤੋਂ ਬਚਿਆ ਨਹੀਂ ਹੈ ਕਿ ਜੇ ਸੋਚਾਂ ਮੈਂ ਪ੍ਰੈਜ਼ੀਡੈਂਟ ਆ ਤੇ ਸ਼ਾਇਦ ਮੈਨੂੰ ਕੋਵਿਡ ਨਹੀਂ ਹੋਣਾ, ਮੈਨੂੰ ਵੀ ਹੋ ਸਕਦਾ ਹੈ। ਪਰ ਦੂਸਰੇ ਬੰਨੇ ਉਹ ਹੋਣ ਨਾਲ ਕੀ ਹੋਇਆ, ਅੱਜ ਸਾਰੀਆਂ ਫਾਈਨੈਂਸ਼ੀਅਲ ਮਾਰਕੀਟ ਥੱਲੇ ਡਿੱਗੀ। ਉਹ ਕਿਉਂ? ਕਿਉਂਕਿ ਜਿਹੜਾ ਬੰਦਾ ਲੀਡ ਕਰ ਰਿਹਾ ਹੁੰਦਾ ਹੈ, ਜੇ ਉਹੀ ਨਾ ਰਵੇ ਤੇ ਫਿਰ ਮਾਰਕੀਟ ਦਾ ਕੀ ਬਣੇਗਾ। ਸੋ ਇਸ ਵਜ੍ਹਾ ਕਰਕੇ ਲਾਈਫ ਇਜ਼ ਵੈਰੀ ਅਨਪ੍ਰੈਡਿਕਟੇਬਲ ਐਟ ਦ ਮੋਮੈਂਟ, ਸਪੈਸ਼ਲੀ ਮਾਰਕੀਟਸ ਆਰ ਅਨਪ੍ਰੈਡਿਕਟੇਬਲ, ਬਿਜ਼ਨਸ ਆਰ ਅਨਪ੍ਰੈਡਿਕਟੇਬਲ, ਔਰ ਸਪੈਸ਼ਲੀ ਜਿਹੜੇ ਸਾਡੇ ਭੈਣ ਭਰਾ ਹੈਗੇ ਹਸਪਿਟੈਲਿਟੀ ਇੰਡਸਟਰੀ 'ਚ, ਰੈਸਟੋਰੈਂਟ 'ਚ ਨੇ, ਹੋਟਲ ਇੰਡਸਟਰੀ 'ਚ ਨੇ, ਜਾਂ ਉਹਨਾਂ ਕੋਲ ਗੈਸਟ ਹਾਊਸ ਸੀਗੇ, ਉਹਨਾਂ ਦਾ ਬਿਜ਼ਨਸ ਬਿਲਕੁਲ ਠੱਪ ਹੋ ਚੁੱਕਾ ਹੈ। ਐਂਡ ਬਿਲੀਵ ਮੀ 75 to 80% ਬਿਜ਼ਨਸ ਵਾਪਸ ਨਹੀਂ ਆਣੇ, ਭਾਵੇਂ ਅਸੀਂ ਜੋ ਮਰਜ਼ੀ ਤੁਹਾਨੂੰ ਇਹ ਜਿੰਨਾ ਕੁਝ ਬੈਨੀਫਿਟ ਮਿਲ ਰਹੇ ਨੇ ਸਿਰਫ ਇਸ ਲਈ ਮਿਲ ਰਹੇ ਨੇ ਕਿ ਤੁਹਾਨੂੰ ਅਸੀਂ ਜ਼ਿੰਦਾ ਰੱਖ ਸਕੀਏ, ਤੁਹਾਨੂੰ ਖੜਾ ਰੱਖ ਸਕੀਏ, ਤੁਹਾਡਾ ਹੌਸਲਾ ਨਾ ਖਤਮ ਹੋ ਜਾਏ। ਸੋ ਇਹਨੂੰ ਅਸੀਂ ਇਸ ਤਰੀਕੇ ਨਾਲ ਜੇ ਲਾਂਗੇ ਫਿਰ ਤੇ ਮਦਦ ਸਾਡੀ ਚੰਗੀ ਹੈ, ਪਰ ਜੇ ਅਸੀਂ ਇਹਨੂੰ ਫॉर ਗ੍ਰਾਂਟਡ ਲੈ ਲਈਏ ਕਿ ਸ਼ਾਇਦ ਇਸੇ ਤਰ੍ਹਾਂ ਚੱਲਣਾ ਹੈ, I fear it's not going to happen like that. ਬਿਲਕੁਲ ਸਰ, ਤੇ ਹੁਣ ਸਮਾਂ ਵੀ ਇਜਾਜ਼ਤ ਲੈਂਦਾ ਹੋ ਰਿਹਾ, ਪਰ ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਤੁਹਾਡੀਆਂ ਸੇਵਾਵਾਂ ਲੈਣਾ ਚਾਹੁੰਦੇ ਨੇ, ਤੇ ਕਿੱਥੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ? ਸਾਡੀ ਕੰਪਨੀ ਦਾ ਨਾਮ ਹੈ ਬਿਜ਼ਨਸ ਸੋਲੂਸ਼ਨਜ਼ ਐਂਡ ਕ੍ਰੈਡਿਟ ਕਾਉਂਸਲਿੰਗ ਸਰਵਿਸਿਜ਼। ਅਸੀਂ ਪਿਛਲੇ 26 ਵਰ੍ਹਿਆਂ ਤੋਂ ਇਸ ਬਿਜ਼ਨਸ 'ਚ ਹਾਂ। ਅਸੀਂ ਲੋਕਾਂ ਦੇ ਸਿਰ ਤੇ ਚੜੇ ਹੋਏ ਕਰਜ਼ਿਆਂ ਨੂੰ ਮੈਕਸਿਮਮ ਲਿਮਿਟ ਤੱਕ ਮਾਫ ਕਰਾਉਂਦੇ ਹੋਏ ਰਹਿੰਦੀ ਰਕਮ ਦੇ ਉੱਤੇ ਇੰਟਰਸਟ ਬੰਦ ਕਰਾ ਕੇ ਉਹਨਾਂ ਦੀਆਂ ਛੋਟੀਆਂ ਉਹ ਮਹੀਨੇ ਦੀਆਂ ਕਿਸ਼ਤਾਂ ਬਣਾ ਦਿੰਦੇ ਆ, ਜਿਹੜੀਆਂ ਤੁਸੀਂ ਈਜ਼ੀਲੀ ਅਫੋਰਡ ਕਰ ਸਕਦੇ ਹੋ। ਔਰ ਇਹ ਕਰਨ ਲੱਗੇ ਅਸੀਂ ਪਹਿਲਾਂ ਤੁਹਾਡੇ ਨਾਲ ਬੈਠ ਕੇ ਹਰ ਚੀਜ਼ ਦਾ ਪਲਾਨ ਕਰਨੇ ਆ, ਦੇਖਦੇ ਤੁਹਾਡੇ ਕੋਲ ਕਿੰਨਾ ਸਰਪਲਸ ਪੈਸਾ ਹੈ, ਕਿਸ ਤਰ੍ਹਾਂ ਤੁਹਾਨੂੰ ਹੈਂਡਲ ਕਰ ਸਕਦੇ ਆ। ਔਰ ਸੈਕੰਡਲੀ ਰੱਬ ਨਾ ਕਰੇ ਜੇ ਕਿਸੇ ਤਰ੍ਹਾਂ ਇਹੋ ਜਿਹੀ ਸਿਚੁਏਸ਼ਨ ਆ ਗਈ ਹੈ, ਅਸੀਂ ਦੇ ਮੂੰਹ ਤੇ ਵੀ ਖੜੇ ਆ, ਅਸੀਂ ਉਹ ਵੀ ਕਰਦੇ ਹੋਏ ਤੁਹਾਡਾ ਘਰ ਵੀ ਬਚਾ ਸਕਦੇ ਹਾਂ, ਤੁਹਾਡਾ ਬਿਜ਼ਨਸ ਵੀ ਬਚਾ ਸਕਦੇ ਹਾਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਡੀ ਜਿਹੜੀ ਆਪਣੀ ਕਮਿਊਨਿਟੀ ਹੈ, ਅਸੀਂ ਬੜੇ ਕਲੋਜ਼ ਕਮਿਊਨਿਟੀ ਹੈ, ਸਾਨੂੰ ਲੱਗਦਾ ਸਾਡੇ ਢਿੱਡ ਦੀ ਗੱਲ ਬਾਹਰ ਨਾ ਜਾਵੇ, ਪਰ ਜੇ ਪਰੇਸ਼ਾਨੀ ਹੈਗੀ ਹੈ there is nothing wrong to talk with somebody. ਸੋ ਤੁਸੀਂ ਯੂ ਕੈਨ ਕਾਲ ਅਸ। ਸਾਡਾ ਜਿਹੜਾ ਟੋਲ ਫ੍ਰੀ ਨੰਬਰ ਹੈ ਥਰੂਆਊਟ ਦ ਕੰਟਰੀ 1866-790-8984। ਸਾਡੇ ਆਫਿਸ ਹੈੱਡ ਆਫਿਸ ਸਾਡਾ ਬਰੈਂਪਟਨ ਟੋਰਾਂਟੋ 'ਚ ਹੈ, ਬਰੈਂਪਟਨ ਦੇ ਵਿੱਚ। ਉਸ ਤੋਂ ਬਾਅਦ ਅਸੀਂ BC 'ਚ ਹਾਂ, BC ਤੋਂ ਇਲਾਵਾ ਅਸੀਂ ਅਲਬਰਟਾ 'ਚ ਹਾਂ, ਅਲਬਰਟਾ ਤੋਂ ਇਲਾਵਾ ਅਸੀਂ ਮੈਨੀਟੋਬਾ 'ਚ ਹਾਂ, ਸਸਕੈਚੁਨ 'ਚ ਹਾਂ। ਐਂਡ ਆਫ ਦ ਡੇ ਵੀ ਆਰ ਜਸਟ ਅ ਫੋਨ ਕਾਲ ਅਵੇ। ਇਹ ਫੋਨ ਕਾਲ ਸ਼ਾਇਦ ਤੁਹਾਡੀ ਜ਼ਿੰਦਗੀ ਦੀ ਬੜੀ ਇੰਪੋਰਟੈਂਟ ਫੋਨ ਕਾਲ ਹੈ, ਔਰ ਇਹ ਮੇਰੇ ਕੋਲ ਫੋਨ ਕਰਕੇ ਤੁਸੀਂ ਕੋਈ ਵੀ ਸਲਾਹ ਲੈਂਦੇ ਹੋ ਤਾਂ ਕੋਈ ਖਰਚਾ ਨਹੀਂ ਹੈਗਾ। ਸੋ ਪਲੀਜ਼ ਓਪਨ ਅਪ, ਆਸਕ ਫॉर ਹੈਲਪ ਐਂਡ ਵੀ ਆਰ ਹੇਅਰ ਟੂ ਹੈਲਪ ਯੂ। ਬਿਲਕੁਲ ਸਰ, ਸ਼ੁਕਰੀਆ ਬਹੁਤ-ਬਹੁਤ, ਤੁਸੀਂ ਹਮੇਸ਼ਾ ਆਉਂਦੇ ਹੋ, ਸਾਡੇ ਦਰਸ਼ਕਾਂ ਨੂੰ ਵਧੀਆ ਜਾਣਕਾਰੀ ਦੇ ਕੇ ਜਾਂਦੇ ਹੋ। ਸ਼ੁਕਰੀਆ ਜੀ। ਥੈਂਕ ਯੂ ਫॉर ਹੈਵਿੰਗ ਮੀ। ਸੋ ਦੋਸਤੋ, ਇਸ ਸਾਡਾ ਅੱਜ ਦਾ ਪ੍ਰੋਗਰਾਮ ਪੈਸਾ ਤੇ ਲਾ। ਉਮੀਦ ਕਰਦੇ ਹਾਂ ਕੱਲ ਸਿੱਧੀ ਦੀਆਂ ਗੱਲਾਂ ਨੂੰ ਤੁਸੀਂ ਪੱਲੇ ਬੰਨਿਆ ਹੋਣਾ ਹੈ, ਤੇ ਹਮੇਸ਼ਾ ਜਿਵੇਂ ਕਹਿੰਦੇ ਆ ਹੋਵੇ ਕਿ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਆ। ਕੋਈ ਵੀ ਫਾਈਨੈਂਸ਼ੀਅਲ ਐਡਵਾਈਸ ਚਾਹੀਦੀ ਹੈ, ਕੋਈ ਵੀ ਤੁਸੀਂ ਫਾਈਨੈਂਸ ਸੰਬੰਧੀ ਕੋਈ ਗੱਲਬਾਤ ਪੁੱਛਣਾ ਚਾਹੁੰਦੇ ਹੋ, ਇਹਨਾਂ ਦੇ ਟੋਲ ਫ੍ਰੀ ਨੰਬਰ ਤੇ ਕਾਲ ਕਰ ਸਕਦੇ ਹੋ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।